ਉਹਦੇ ਆਪ ਦੇ ਹੀ ਆਗੂ ਜਿਹੜੇ ਨਾਰਾਜ਼ ਹੋ ਗਏ ਤਾਂ ਹੁਣ ਬੀਜੇਪੀ ਕੀ ਕਰੂਗੀ। ਸਵਾਲ ਇੱਥੇ ਇਹ ਉੱਠਦਾ ਆ ਕਿ 200 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਉਹਨੂੰ ਉੱਥੋਂ ਸਥਾਨਕ ਉਮੀਦਵਾਰ ਹੀ ਨਹੀਂ ਲੱਭੇ। ਨਿੱਜੀਕਰਨ ਨੂੰ ਜਿੰਨਾ ਬੜਾਵਾ ਇਸ ਵੇਲੇ ਬੀਜੇਪੀ ਸਰਕਾਰ ਦੇ ਰਹੀ ਆ, ਉਨਾ ਹੀ ਇਹਦਾ ਵਿਰੋਧ ਬੀਜੇਪੀ ਨੇ ਆਪਣੀ ਸੱਤਾ ਤੋਂ ਪਿਛਲੀਆਂ ਸਰਕਾਰਾਂ ਵੇਲੇ ਕਰਦੀ ਆਈ ਆ। ਇਹ ਇੱਕਦਮ ਤਬਦੀਲੀ ਆਉਣ ਦਾ ਕਾਰਨ ਕੀ ਹੋ ਸਕਦਾ, ਇਹ ਤਾਂ ਇਹ ਜਾਣਨਗੇ ਜਾਂ ਸੱਤਾ 'ਚ ਬੈਠੇ ਜਿਹੜੇ ਆ ਮੰਤਰੀ ਉਹ ਜਾਣਨਗੇ। ਦੇਖੋ ਜੀ, ਖਾਣਾ ਇਹਨਾਂ ਨੇ ਖਾਦਾ ਸੀ ਨਵੰਬਰ 'ਚ, ਚਾਹ ਹੁਣ ਪੀ ਰਹੇ ਆ। ਇੰਨਾ ਲੰਮਾ ਗੈਪ ਪੈ ਗਿਆ। ਪਹਿਲੀ ਗੱਲ ਤਾਂ ਇਹਦਾ ਲੋਕਾਂ ਨੂੰ ਜਵਾਬ ਦੇਣਾ ਪਊਗਾ ਵੀ ਭਾਈ ਖਾਣਾ ਖਾਦੇ ਨੂੰ ਇੰਨਾ ਚਿਰ ਹੋ ਗਿਆ ਤੇ ਕਿਤੇ ਡਾਈਟਿੰਗ ਤਾਂ ਨਹੀਂ ਬੈਠੇ ਤੁਸੀਂ ਵੀ ਹੁਣ ਚਾਹ ਦੇ ਟਾਈਮ ਤੇ ਫਿਰ ਇਕੱਠੇ ਹੋ ਰਹੇ ਆ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਮੁੱਦੇ ਵਿਚਾਰਨੇ ਨੇ ਬੰਗਾਲ ਦੇ ਬੀਜੇਪੀ ਪ੍ਰਧਾਨ ਦਿੱਲੀ ਕਿਉਂ ਪਹੁੰਚੇ, ਕੇਂਦਰ ਤੇ ਕੇਜਰੀਵਾਲ ਵਿਚਾਲੇ ਫੇਰ ਕਿਉਂ ਖੜਕੀ, ਸੰਸਦ ਵਿੱਚ ਗੂੰਜਿਆ ਨਿੱਜੀਕਰਨ ਦਾ ਮੁੱਦਾ ਤੇ ਕੈਪਟਨ ਤੇ ਨਵਜੋਤ ਵਿਚਾਲੇ ਕਿੱਥੇ ਹੋ ਰਹੀ ਹੈ ਮੁਲਾਕਾਤ। ਇਹਨਾਂ ਮੁੱਦਿਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਅੱਜ ਦੇ ਮਾਹਿਰ ਮਹਿਮਾਨ ਦੇ ਨਾਲ। ਤੇ ਸਟੂਡੀਓ 'ਚ ਸਾਡੇ ਨਾਲ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ। ਅਵਤਾਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਤੇ ਅੱਜ ਦੇ ਪਹਿਲੇ ਮੁੱਦੇ ਵੱਲ ਆਉਂਦੇ ਆ, ਬੰਗਾਲ ਜਾਂਦੇ ਆ ਤੇ ਬੰਗਾਲ ਦੇ ਬੀਜੇਪੀ ਦੇ ਸੂਬਾ ਪ੍ਰਧਾਨ ਦਿੱਲੀ ਪਹੁੰਚ ਗਏ ਰਾਤੋਂ ਰਾਤ। ਕੀ ਵਜ੍ਹਾ ਬਣੀ? ਵਿਧਾਨ ਸਭਾ ਚੋਣਾਂ ਸਿਰ ਤੇ ਆ। ਇੱਕ ਤੋਂ ਬਾਅਦ ਇੱਕ ਪੜਾਵਾਂ ਲਈ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਜੀ। ਤ੍ਰਿਣਮੂਲ ਕਾਂਗਰਸ ਨੇ ਤਾਂ ਇੱਕੋ ਵਾਰ 'ਚ ਕੰਮ ਨਿਬੇੜਤਾ। ਸਾਰੀਆਂ ਹੀ 294 'ਚ ਜਿੰਨੀਆਂ ਉਹਨਾਂ ਨੇ ਲੜਨੀਆਂ ਵਿੱਚੋਂ ਕੱਢ ਕੇ ਉਹ ਸਾਰਿਆਂ ਦੇ ਸਾਰੀਆਂ ਇੱਕੋ ਵਾਰ 'ਚ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜੀ। ਬੀਜੇਪੀ ਨੇ ਪਹਿਲੇ ਚਰਨ ਦੇ ਵਿੱਚ ਜਿਹੜੇ ਵੋਟਾਂ ਪੈਣੀਆਂ ਉਹਦਾ ਐਲਾਨ ਕੀਤਾ ਸੀਗਾ, ਦੂਜੇ ਦਾ ਕੀਤਾ ਸੀ, ਤੀਜੇ ਚੌਥੇ ਵਾਲਾ ਜਦੋਂ ਐਲਾਨ ਕੀਤਾ ਉਦੋਂ ਮਚ ਗਿਆ ਘਮਾਸਾਨ ਜੀ। ਉਹ ਸੁਭਾਵਕ ਸੀ, ਘਮਾਸਾਨ ਮਚਣਾ ਵੀ ਲੱਗਦਾ ਸੀਗਾ ਵੀ ਇਹ ਹੋਊਗੀ ਇੱਦਾਂ ਗੱਲ ਜੀ। ਕਿਉਂ ਹੋਊਗੀ? ਕਿਉਂਕਿ ਇਹਨਾਂ ਨੇ ਜਿਹੜੇ ਨਵੇਂ ਬੰਦੇ ਸ਼ਾਮਲ ਹੋਏ ਸੀ ਪਾਰਟੀ ਛੱਡ ਕੇ, ਚਾਹੇ ਖੱਬੇ ਪੱਖੀਆਂ 'ਚੋਂ ਆਏ ਸੀਗੇ, ਚਾਹੇ ਜਿਹੜੇ ਬਹੁਤ ਜ਼ਿਆਦਾ ਗਿਣਤੀ ਜਿਹੜੀ ਆ ਉਹ ਤ੍ਰਿਣਮੂਲ ਕਾਂਗਰਸ 'ਚੋਂ ਆਏ ਸੀਗੇ, ਉਹਨਾਂ ਨੇ ਐਡਜਸਟ ਕਰਨਾ ਸੀਗਾ ਕਿਤੇ, ਤਾਂ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ। ਨਾਲ ਦੀ ਨਾਲ ਉਹਨਾਂ ਨੇ ਜਿਹੜੇ ਸਿਟਿੰਗ ਆ MP, ਕੁਝ ਲੋਕ ਸਭਾ ਮੈਂਬਰ ਆ, ਕੁਝ ਰਾਜ ਸਭਾ ਮੈਂਬਰ ਆ, ਉਹਨਾਂ ਨੂੰ ਫਿਰ ਵਿਧਾਨ ਸਭਾ ਲਈ ਉੱਥੇ ਖਿਲਾਰ ਦਿੱਤਾ ਮੈਦਾਨ ਦੇ ਵਿੱਚ। ਹੁਣ ਸਵਾਲ ਇੱਥੇ ਇਹ ਉੱਠਦਾ ਆ ਕਿ 200 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਉਹਨੂੰ ਉੱਥੋਂ ਸਥਾਨਕ ਉਮੀਦਵਾਰ ਹੀ ਨਹੀਂ ਲੱਭੇ ਔਰ ਨਹੀਂ ਲੱਭਣੇ। ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ, ਜਿਹਦੇ ਬਾਰੇ ਦੋਸ਼ ਵੀ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਲਾਏ ਸੀਗੇ ਵੀ ਜਿੱਤਣ ਦਾ ਦਾਅਵਾ ਤਾਂ 200 ਸੀਟਾਂ ਦਾ ਕਰ ਰਹੇ ਆ, ਉਮੀਦਵਾਰ ਇਹਨਾਂ ਨੂੰ ਬਾਹਰੋਂ ਲਿਆ ਕੇ ਤਾਂ ਸੰਸਦ ਮੈਂਬਰਾਂ ਨੂੰ ਖਿਲਾਰਨਾ ਪੈ ਰਿਹਾ, ਤੇ ਇਹ ਕਿਵੇਂ ਦਾ ਇਨਸਾਫ ਕਰੂਗੀ ਸੂਬੇ ਦੇ ਨਾਲ। ਗੱਲ ਵੀ ਉਹਨਾਂ ਦੀ ਇਸ ਹਾਲ ਤੱਕ ਠੀਕ ਸੀਗੀ ਕਿ ਹੁਣ ਲੋਕ ਸਭਾ ਦੇ MP ਜਿਹੜੇ ਪਹਿਲਾਂ ਸੀ, ਰਾਜ ਸਭਾ ਦੇ ਸੀਗੇ, ਜਿਨ੍ਹਾਂ ਵਿੱਚ ਇੱਕ ਸਵਪਨ ਦਾਸ ਗੁਪਤਾ ਵੀ ਰਾਜ ਸਭਾ ਦਾ, ਜਿਹਨੂੰ ਕੱਲ ਟਿਕਟ ਐਲਾਨੀ ਆ, ਉਹਦੇ ਤੇ ਤਕਨੀਕੀ ਤੌਰ ਤੇ ਕਈ ਸਵਾਲ ਉੱਠ ਗਏ ਪਏ ਇਹਨੂੰ ਟਿਕਟ ਕਿਵੇਂ ਦੇ ਦਿੱਤੀ, ਫਿਰ ਉਹਨੂੰ ਉਹ ਅਸਤੀਫਾ ਵੀ ਦੇਣਾ ਪਿਆ। ਹੁਣ ਗੱਲ ਆਉਂਦੇ ਆ ਵੀ ਬਗਾਵਤ ਕਿਉਂ ਹੁੰਦੀ ਆ। ਜਿਹੜੇ ਤਾਂ ਬੰਦੇ ਪਿਛਲੇ 4 ਸਾਲ ਤੋਂ ਸੱਤਾ ਵਿੱਚ ਹੈ ਨਹੀਂ ਸੀ, ਬੀਜੇਪੀ ਦੀ ਪਾਰਟੀ ਨਾਲ ਜੁੜੇ ਹੋ ਸੀਗੇ, ਉਹ ਸੱਤਾ ਵਾਲੀ ਪਾਰਟੀ ਦੇ ਨਾਲ ਲੜਦੇ, ਝਗੜਦੇ, ਟਕਰਾਅ ਕਰਦੇ, ਉਹਨਾਂ ਦੇ ਖਿਲਾਫ ਬੋਲਦੇ, ਪ੍ਰਦਰਸ਼ਨ ਕਰਦੇ, ਲਾਠੀਆਂ ਖਾਂਦੇ, ਡੰਡੇ ਖਾਂਦੇ ਆਏ। 4-5 ਸਾਲ ਇਸੇ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰਦੇ ਰਹੇ, ਪਾਰਟੀ ਨੂੰ ਮਜ਼ਬੂਤ ਕਰਦੇ ਰਹੇ ਵੀ ਆਉਣ ਵਾਲਾ ਸਮਾਂ ਸਾਡਾ ਹੈ, ਵੀ ਜਦੋਂ ਹੁਣ ਇਲੈਕਸ਼ਨਾਂ ਦਾ ਵੇਲਾ ਆਉਣਾ ਤਾਂ ਸਾਡੀ ਟਿਕਟ ਤਾਂ ਪੱਕੀ ਸਮਝੋ। 5 ਸਾਲ ਉਹਨਾਂ ਨੇ ਉੱਥੇ ਪੂਰੀ ਤਰ੍ਹਾਂ ਐਨ ਆਪਣੀ ਜ਼ਮੀਨ ਤਿਆਰ ਕੀਤੀ ਹੁੰਦੀ ਆ, ਉਹਦੇ ਵਿੱਚ ਵਿਚਰੇ ਹੁੰਦੇ ਆ, ਗਏ ਹੁੰਦੇ ਲੋਕਾਂ ਦੇ ਵਿੱਚ, ਦੱਸਿਆ ਹੁੰਦਾ ਉਹਨਾਂ ਨੂੰ ਬਈ ਤੁਸੀਂ ਸਾਡਾ ਡਟ ਕੇ ਸਾਥ ਦਿਓ, ਅਸੀਂ ਤੁਹਾਡੇ ਨਾਲ ਆ, ਸਾਡੀ ਸੀਟ ਟਿਕਟ ਪੱਕੀ ਆ ਤੇ ਜਿਤਾ ਤੁਸੀਂ ਦੇਣਾ ਹੀ ਆ। ਜਦੋਂ ਐਨ ਮੌਕੇ ਤੇ ਆ ਕੇ ਉਹਨਾਂ ਦਾ ਜਦੋਂ ਐ ਪੱਤਾ ਹੀ ਕੱਟ ਦਿੱਤਾ ਜਾਂਦਾ ਤਾਂ ਫਿਰ ਉਹਨਾਂ ਨੇ ਤਾਂ ਨਾਰਾਜ਼ਗੀ ਜ਼ਾਹਰ ਕਰਨੀ ਆ। ਤੇ ਉਹਨਾਂ ਨੇ ਇਸ ਕਦਰ ਨਾਰਾਜ਼ਗੀ ਜ਼ਾਹਰ ਕੀਤੀ ਆ ਕਿ ਉੱਥੇ ਕਈਆਂ ਬੀਜੇਪੀ ਦੇ ਕਈਆਂ ਦਫ਼ਤਰਾਂ ਦੇ ਵਿੱਚ ਸੁਣਨ 'ਚ ਆਇਆ, ਭੰਨਤੋੜ ਵੀ ਕੀਤੀ ਆ। ਉੱਥੇ ਕਈ ਜਿਹੜੇ ਮੰਤਰੀ ਆ ਸੈਂਟਰ 'ਚੋਂ ਗਏ ਆ ਜਾਂ ਹੋਰਨਾਂ ਸੂਬਿਆਂ 'ਚੋਂ ਇਹਨਾਂ ਦੇ ਆਏ ਆ, ਭਾਜਪਾ ਦੇ ਵੱਡੇ ਆਗੂ, ਉਹਨਾਂ ਦਾ ਘਿਰਾਓ ਵੀ ਕੀਤਾ ਆ। ਇੱਕ ਜਣੇ ਦੀ ਗੱਲ ਤਾਂ ਇਹ ਵੀ ਮੀਡੀਆ 'ਚ ਆਈ ਆ ਕਿ ਉਹ ਰੇਲਵੇ ਲਾਈਨ ਤੇ ਚਲ ਗਿਆ ਸੀ ਆਪਣੇ ਆਪ ਸੁਸਾਈਡ ਕਰਨ ਲਈ, ਖੁਦਕੁਸ਼ੀ ਕਰਨ ਵਾਸਤੇ। ਉੱਥੋਂ ਫਿਲਹਾਲ ਉਹਨੂੰ
ਮਨਾ ਮਨੂ ਕੇ ਉੱਥੋਂ ਲੈ ਆਂਦਾ ਵਾਪਸ, ਉਹਨੂੰ ਇਸ ਕੰਮ ਨੂੰ ਕਰਨ ਤੋਂ ਟਾਲ ਦਿੱਤਾ ਫਿਲਹਾਲ। ਪਰ ਜਿਹੜੀ ਨਾਰਾਜ਼ਗੀ ਆ ਨਾ ਉਹਦੇ ਵਿੱਚ ਉਹ ਇਸ ਕਦਰ ਵੱਧ ਗਈ ਆ ਵੀ ਪਹਿਲਾਂ ਤਾਂ ਅਮਿਤ ਸ਼ਾਹ ਨੂੰ ਸੋਮਵਾਰ ਵਾਲੇ ਦਿਨ ਆਪਦੇ ਸਾਰੇ ਪ੍ਰੋਗਰਾਮ ਜਿਹੜੇ ਰੱਦ ਕਰਨੇ ਪਏ ਜੀ। ਉੱਥੇ ਉਹਨੂੰ ਸ਼ਾਮ ਦੇ ਟਾਈਮ ਮੀਟਿੰਗ ਕਰਨੀ ਪਈ ਬੀਜੇਪੀ ਦੇ ਜਿਹੜੇ ਉੱਥੋਂ ਦੇ ਬੰਗਾਲ ਦੇ ਪ੍ਰਧਾਨ ਆ ਦਿਲੀਪ ਘੋਸ਼ ਜੀ, ਉਹਦੇ ਨਾਲ ਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਜਦੋਂ ਇਹੋ ਜਿਹੀ ਸਥਿਤੀ ਪੈਦਾ ਹੋ ਜਾਂਦੀ ਆ ਤਾਂ ਫਿਰ ਉੱਥੇ ਹਫੜਾ ਦਫੜੀ ਮੱਚ ਜਾਂਦੀ ਆ। ਚੋਣਾਂ ਦਾ ਬਿਲਕੁਲ ਸਮਾਂ ਨੇੜੇ ਆ। ਪਹਿਲੇ ਪੜਾਅ ਦੀ ਚੋਣ ਵੋਟਾਂ ਜਿਹੜੀਆਂ 27 ਨੂੰ ਪੈ ਰਹੀਆਂ ਤੇ ਅਗਲੇ ਪੜਾਅ ਦੀ ਨਾਲ ਚੱਲੀ ਜਾਣੀਆਂ। ਉੱਥੇ ਜਦੋਂ ਲੱਗਦਾ ਗੱਲ ਨਹੀਂ ਬਣੀ ਤੇ ਉਸ ਤੋਂ ਅਗਲੇ ਦਿਨ ਫੇਰ ਉੱਥੇ ਹੰਗਾਮਾ ਇਦਾਂ ਹੀ ਹੁੰਦਾ ਰਿਹਾ। ਬੀਜੇਪੀ ਆਗੂਆਂ ਦਾ ਘਰਾਓ, ਦਫ਼ਤਰਾਂ ਦੇ ਮੂਹਰੇ ਪ੍ਰਦਰਸ਼ਨ, ਨਾਅਰੇਬਾਜ਼ੀ, ਸਭ ਕੁਝ ਹੋਇਆ। ਉਹ ਜਦੋਂ ਗੱਲ ਮੱਠੀ ਹੁੰਦੀ ਨਹੀਂ ਦੀ ਸੀ ਤਾਂ ਫਿਰ ਅਮਿਤ ਸ਼ਾਹ ਹੋਰਾਂ ਨੇ ਸੂਬੇ ਦੇ ਪ੍ਰਧਾਨ ਜਿਹੜੇ ਦਿਲੀਪ ਘੋਸ਼ ਨੂੰ ਉਹਨੂੰ ਦਿੱਲੀ ਬੁਲਾ ਲਿਆ। ਹੁਣ ਦਿੱਲੀ ਦੇ ਵਿੱਚ ਉਹ ਜੇਪੀ ਨੱਡਾ ਪ੍ਰਧਾਨ ਸਾਹਿਬ ਆ, ਅਮਿਤ ਸ਼ਾਹ ਹੋਣੀ ਆ, ਹੋਰ ਸੀਨੀਅਰ ਆਗੂ ਆ ਤੇ ਜਿਹੜੇ ਬੰਗਾਲ ਦੇ ਜਿੰਨੇ ਹੈਗੇ ਸਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਗੇ। ਖੈਰ ਵੱਡੀ ਪਾਰਟੀ ਆ, ਮੈਨੇਜ ਕਰਨ ਦੇ ਵਿੱਚ ਕਾਫੀ ਹੱਦ ਤੱਕ ਸਫਲ ਵੀ ਹੋ ਸਕਦੀ ਆ। ਇਹਦੇ 'ਚ ਇਹ ਹੋ ਸਕਦਾ ਵੀ ਜਿਹੜੇ ਨਾਰਾਜ਼ ਆ ਉਹਨਾਂ ਨੂੰ ਇਹ ਲਾਰਾ ਲਾਤਾ ਜਾਵੇ ਵੀ ਇੱਕ ਵਾਰੀ ਸਰਕਾਰ ਬਣ ਲੈਣ ਦਿਓ, ਤੁਹਾਡਾ ਮਾਨ ਸਨਮਾਨ ਪੂਰਾ ਕਰਾਂਗੇ। ਉਹ ਆਉਂਦੀ ਸਮੇਂ ਦੀ ਗੱਲ ਆ ਵੀ ਸਰਕਾਰ ਬਣਦੀ ਕਿ ਨਹੀਂ ਬਣਦੀ ਫੇਰ ਦੇਖਾਂਗੇ, ਤੇ ਜੇ ਸਰਕਾਰ ਬਣ ਗਈ ਤੁਹਾਡਾ ਮਾਨ ਸਨਮਾਨ ਕਿੰਨਾ ਕੁ ਹੁੰਦਾ ਇਹ ਤਾਂ ਫਿਰ ਆਉਣ ਵਾਲੀ ਗੱਲ ਆ। ਪਰ ਫਿਲਹਾਲ ਇਹ ਇਸ ਤਰੀਕੇ ਨਾਲ ਲਾਰਾ ਲਾ ਸਕਦੇ ਆ ਵੀ ਹਾਂ ਵੀ ਤੁਸੀਂ ਚੁੱਪ ਕਰਕੇ ਹੁਣ ਸ਼ਾਂਤ ਬਹਿ ਜਾਓ, ਇੱਕ ਵਾਰੀ ਸਰਕਾਰ ਜਿੱਤ ਲੈਣ ਦਿਓ, ਸਰਕਾਰ ਬਣ ਲੈਣ ਦਿਓ ਸਾਡੀ ਪਾਰਟੀ ਦੀ, ਫਿਰ ਦੇਖੋ ਤੁਹਾਡੇ ਬਾਰੇ ਨਿਆਰੇ ਕਰਦੇ ਆ। ਇਹ ਵੀ ਮਨਾ ਸਕਦੀ ਆ। ਦੂਸਰੀ ਤਰ੍ਹਾਂ ਉਹਨਾਂ ਨੂੰ 100 ਤਰ੍ਹਾਂ ਦੇ ਲਾਲਚ ਦੇ ਕੇ, 100 ਤਰ੍ਹਾਂ ਦੇ ਡਰਾਵੇ ਦੇ ਕੇ ਉਹਨਾਂ ਨੂੰ ਫਿਰ ਦਬਾਉਣ ਦੇ ਵਿੱਚ ਕੋਸ਼ਿਸ਼ ਕਰਕੇ ਇਹ ਆਪਣੀ ਕੋਸ਼ਿਸ਼ ਸਫਲ ਵੀ ਹੋ ਸਕਦੀ ਆ। ਹੁਣ ਜਿਹੜੇ ਤਾਂ ਉੱਥੇ ਬੀਜੇਪੀ ਦੇ ਨਾਰਾਜ਼ ਆਗੂ ਆ ਉਹਨਾਂ ਲਈ ਵੀ ਦੁਚਿੱਤੀ ਪੈਦਾ ਹੋ ਗਈ। ਜੇ ਤਾਂ ਉਹ ਪਹਿਲਾਂ ਹੀ ਕਿਸੇ ਹੋਰ ਪਾਸੇ ਜਾਣ ਦੀ ਸੋਚਦੇ ਤੇ ਫਿਰ ਉਹਨਾਂ ਲਈ ਹੋਰ ਤਾਂ ਕੋਈ ਨੇੜੇ ਦਿਖਦੀ ਨਹੀਂ। ਟੀਐਮਸੀ ਦਿਖਦੀ ਸੀ ਤੇ ਟੀਐਮਸੀ ਆਪਣੇ ਉਮੀਦਵਾਰ ਪਹਿਲੇ ਐਲਾਨ ਚੁੱਕੀ ਆ ਤੇ ਉਹ ਹੁਣ ਜਾਣ ਤਾਂ ਕਿੱਧਰ ਜਾਣ, ਮਤਲਬ ਨਾ ਘਟਦੇ ਰਹੇ ਨਾ ਘਟਦੇ ਰਹੇ। ਤੇ ਜੇ ਹੁਣ ਇਹਨਾਂ ਦੇ ਲਾਰਿਆਂ 'ਚ ਆਉਂਦੇ ਆ ਤਾਂ ਫਿਰ ਵੀ ਇਹਨਾਂ ਨੂੰ ਉਸ ਤਰੀਕ ਤੱਕ 2 ਤੱਕ ਵੇਟ ਕਰਨੀ ਪੈਣੀ। ਉਹ ਤੋਂ ਬਾਅਦ ਕੀ ਹੁੰਦਾ ਆ ਇਹ ਤਾਂ ਫਿਰ ਪਤਾ ਨਹੀਂ, ਇਹ ਤਾਂ ਬੀਜੇਪੀ ਦੱਸੂਗੀ। ਪਰ ਉਦੋਂ ਤੱਕ ਵੇਟ ਕਰ ਸਕਦੇ ਕਿ ਨਹੀਂ ਕਰ ਸਕਦੇ, ਉਹਨਾਂ 'ਚ ਸਬਰ ਕਿੰਨਾ ਆ। ਦੂਸਰੀ ਗੱਲ, ਜਿਨ੍ਹਾਂ ਲੋਕਾਂ ਦੇ ਵਿੱਚ ਉਹ 4-5 ਸਾਲ ਵਿਚਰੇ ਆ, ਜਿਹੜੇ ਛੋਟਾ ਕੈਡਰ ਆ ਹੇਠਲੇ ਪੱਧਰ ਦਾ, ਜਿੰਨੇ ਉਹਦੇ ਹੇਠਾਂ ਕੰਮ ਕਰਦੇ ਸੀ ਆਗੂ, ਉਹ ਉਹਨਾਂ ਨੂੰ ਟਿਕਟ ਦਿੰਦੇ ਕਿ ਨਹੀਂ ਦਿੰਦੇ। ਉਹਨਾਂ ਨੂੰ ਕਹਿਣਗੇ ਭਾਈ ਯਾਰ ਤੂੰ ਕੰਮ ਕਰਦਾ ਰਿਹਾ, ਹੁਣ ਟਿਕਟ ਕੋਈ ਹੋਰ ਲੈ ਗਿਆ, ਹੁਣ ਤੈਨੂੰ ਲਾਰਾ ਲਾ ਦਿੰਦੇ ਆ। ਮੁੜ ਕੇ ਕੀ ਪਤਾ ਜਿੱਦਾਂ ਹੁਣ ਲਾਰਾ ਲਾ ਕੇ ਟਿਕਟ ਨਾ ਮਿਲੀ, ਗਾਹਾਂ ਫੇਰ ਤੈਨੂੰ ਲਾਰੇ 'ਚ ਰੱਖ ਦਿੱਤਾ, ਫਿਰ ਕੀ ਕਰੇਗਾ। ਉਦੋਂ ਫਿਰ ਉਹਦੀ ਨਾਰਾਜ਼ਗੀ ਕੀ ਬਣਦੀ ਆ, ਕੀ ਰੰਗ ਲਿਆਉਂਦੀ ਆ, ਇਹ ਵੀ ਅਗਲਾ ਸਵਾਲ ਆ। ਇਸ ਸਾਰੇ ਕੁਝ ਦੇ ਵਿੱਚ ਇੱਕ ਵਾਰੀ ਬੀਜੇਪੀ ਨੂੰ ਭੰਬਲ ਭੂਸੇ ਜਦੋਂ ਪਾਤਾ ਨਾ ਬਈ ਇਹ ਹੁਣ ਆ ਜਿਹੜੀ ਬਗਾਵਤ ਉੱਠ ਖੜੀ ਆ ਇਹਨੂੰ ਕਿਵੇਂ ਸੰਭਿਆ ਜਾਏ। ਆਮੂਮਨ ਹੀ ਇਦਾਂ ਹੀ ਹੁੰਦੀ ਆ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਆ, ਪਾਰਟੀਆਂ ਚੋਂ ਨਵੇਂ ਆਗੂ ਜਿਹੜੇ ਛੱਡ ਕੇ ਆਉਂਦੇ ਆ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਆ। ਇਹ ਪਾਰਟੀ ਦੀ ਬਹੁਤ ਵੱਡੀ ਇੱਕ ਸੈਟਬੈਕ ਕਹਿ ਲਈਏ, ਜਾਂ ਪਾਰਟੀ ਦੀ ਸੋਚ ਇਦਾਂ ਦੀ ਹੋ ਜਾਂਦੀ ਆ ਵੀ ਲੈ ਵੀ ਜੇ ਅਸੀਂ ਉੱਥੋਂ ਕੱਢ ਕੇ ਲਿਆਂਦਾ ਤੇ ਉਹਦੇ ਨਾਲ ਕੋਈ ਪ੍ਰੋਮਿਸ ਕਰਕੇ ਆਏ ਹੁੰਦੇ ਆ। ਜੇ ਇਸ ਬੰਦੇ ਨੂੰ ਦੂਜੀ ਪਾਰਟੀ ਜੋ ਖਿੱਚ ਕੇ ਲਿਆਉਣਾ ਉਹਨੂੰ ਵਾਅਦਾ ਕੀਤਾ ਹੁੰਦਾ ਤੇ ਤੂੰ ਆ ਸਹੀ ਤੈਨੂੰ ਟਿਕਟ ਤੇਰੀ ਦਿੱਤੀ ਆ, ਪਰ ਜਦੋਂ ਫਿਰ ਉਹ ਆਪਦੇ ਪਾਰਟੀ ਵਾਲੇ ਵਰਕਰਾਂ ਨੂੰ ਭੁੱਲ ਜਾਂਦੇ ਆ ਵੀ ਜਿਹੜੇ ਬੰਦੇ ਪਹਿਲਾਂ ਤਿਆਰ ਬੈਠੇ ਆ ਉਹਨਾਂ ਨੂੰ ਅਸੀਂ ਕਿਵੇਂ ਮਨਾਉਣਾ, ਕਿੱਦਾਂ ਨਹੀਂ ਮਨਾਉਣਾ। ਵੱਡੀ ਪਾਰਟੀ ਮੈਂ ਪਹਿਲਾਂ ਵੀ ਕਿਹਾ ਇਸ ਨੂੰ ਤਰੀਕੇ ਨਾਲ ਮੈਨੇਜ ਵੀ ਕਰ ਲੂਗੀ, ਪਰ ਇੱਥੇ ਜਿਹੜਾ ਆ ਇੱਕ ਬਵਾਲ ਜਿਹਾ ਜ਼ਰੂਰ ਬੰਗਾਲ 'ਚ ਉੱਠ ਖੜੂਗਾ ਵੀ ਜਿਹੜੀ 200 ਸੀਟਾਂ ਜਿੱਤਣ ਦਾ ਦਾਅਵਾ ਹੁਣ ਤੱਕ ਕਰਦੀ ਰਹੀ, ਉਹਦੇ ਆਪ ਦੇ ਹੀ ਆਗੂ ਜਿਹੜੇ ਨਾਰਾਜ਼ ਹੋ ਗਏ ਤਾਂ ਹੁਣ ਬੀਜੇਪੀ ਕੀ ਕਰੂਗੀ। ਇਹਦੇ ਵਿੱਚ ਇਹੀ ਕਾਰਨ ਆ ਵੀ ਜਦੋਂ ਕੋਈ ਪਾਰਟੀ ਸਮਾਂ ਰਹਿੰਦੇ ਜਦੋਂ ਲੱਗਦਾ ਵੀ ਇਸ ਥਾਂ ਤੇ ਬਗਾਵਤ ਉੱਠਣ ਵਾਲੀ ਆ ਜਾਂ ਇਹਦਾ ਵਿਰੋਧ ਹੋਣ ਵਾਲਾ ਆ ਜਾਂ ਕੋਈ ਹੋਰ ਆਪਣਾ ਉੱਥੇ ਰੰਗ ਨਾ ਦਿਖਾ ਦੇਵੇ ਇਸ ਤੋਂ ਪਹਿਲਾਂ ਕਿ ਆਪਾਂ ਪਹਿਲਾਂ ਹੀ ਐਲਾਨ ਦਈਏ, ਤੇ ਉਹ ਪਾਰਟੀ ਥੋੜਾ ਜਿਹਾ ਸਕੂਨ ਮਹਿਸੂਸ ਕਰਨ ਲੱਗ ਪੈਂਦੀ ਆ। ਮੈਂ ਥੋੜਾ ਜਿਹਾ ਇਹਦੇ ਨਾਲ ਇਸ ਕਰਕੇ ਜੋੜ ਰਿਹਾ ਕਿਉਂਕਿ ਸੁਖਬੀਰ ਬਾਦਲ ਨੇ ਵੀ ਮੈਂ ਇੱਧਰ ਹੀ ਆਉਂਦੀ ਸੀ 8-9 ਮਹੀਨੇ ਪਹਿਲਾਂ ਹੀ ਵਿਰਸਾ ਸਿੰਘ ਵਲਟੋਏ ਨੂੰ ਇਹ ਐਲਾਨ ਕਰਕੇ ਉੱਥੇ ਜਿਹੜੇ ਬਾਗੀ ਸੁਰਾਂ ਉੱਠਣ ਦੀ ਅਗਰ ਕੋਈ ਕੋਸ਼ਿਸ਼ ਕਰਦੀ ਸੀਗੀ ਤਾਂ ਉਹਨਾਂ ਨੂੰ ਉਹਨੇ ਵਿਰਾਮ ਦੇ ਦਿੱਤਾ, ਭਾਈ ਸਾਡਾ ਬੰਦਾ ਇਹੀ ਆ। ਹੁਣ ਉੱਥੇ ਗੱਲ ਤਾਂ ਕੁਛ ਨਹੀਂ ਸੀਗੀ ਹਜੇ ਹੋਈ, ਸਿਰਫ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੀਟਿੰਗਾਂ ਕਰਨ ਲੱਗੇ ਸੀ ਉੱਥੇ, ਉਹ ਆਪਦੀ ਉੱਥੇ ਸਿਆਸੀ ਜ਼ਮੀਨ ਤਿਆਰ ਕਰਨ ਲੱਗੇ ਸੀ। ਉਹਨਾਂ ਦਾ ਆਪਣਾ ਹਲਕਾ ਤਾਂ ਹੈਗਾ ਹੀ ਪੱਟੀ, ਪਰ ਉਹਨਾਂ ਦਾ ਇਹ ਸੀਗਾ ਵੀ ਮੈਂ ਆਪਣੇ ਇੱਕ ਪਰਿਵਾਰ ਦੇ ਮੈਂਬਰ ਨੂੰ ਖੇਮ ਕਰਨ ਤੋਂ ਵੀ ਚੋਣ ਲੜਾਉਣੀ ਆ। ਇਸ ਗੱਲ ਨੂੰ ਲੈ ਕੇ ਉੱਥੇ ਉਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰਤਾ ਸੀਗਾ। ਅੱਛਾ, ਜੇ ਇਹ ਮੀਟਿੰਗਾਂ ਦਾ ਦੌਰ ਚੱਲ ਪੈਂਦਾ ਆ ਪੂਰਾ ਸਾਲ ਚੱਲਦਾ ਤੇ ਜਦ ਸਾਲ ਖਤਮ ਉੱਥੇ ਲੋਕਾਂ ਨੂੰ ਲੱਗ ਜਾਣਾ ਸੀਗਾ ਵੀ ਇਹ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਆ ਤੇ ਇਹਦੀ ਟਿਕਟ ਤਾਂ ਕੱਟਣੋਂ ਰਹੀ ਕਿਉਂਕਿ ਹਰ ਹਾਲ 'ਚ ਮਿਲਣੀ ਆ, ਹਰੇਕ ਨੂੰ ਪਤਾ ਸੀਗਾ। ਤੇ ਜੇ ਉੱਥੇ ਇਹ ਕੰਮ ਕਰਦੇ ਜਾ ਕੇ ਲਾਮਬੰਦੀ ਕਰਦੇ ਤੇ ਲੋਕਾਂ ਦੇ ਵਿੱਚ ਇਹ ਵੀ ਮੈਸੇਜ ਜਾਣਾ ਸੀ
ਵੀ ਇਹ ਬਾਦਲ ਪਰਿਵਾਰ ਨੇ ਹੀ ਭੇਜਿਆ, ਕਿਉਂਕਿ ਉਹਨਾਂ ਤੋਂ ਬਿਨਾਂ ਤਾਂ ਉਹ ਜਾ ਨਹੀਂ ਸਕਦਾ। ਸਾਰਿਆਂ ਦੇ ਮਨਾਂ ਦੇ ਵਿੱਚ ਤੇ ਇਹੀ ਹੋਊਗਾ ਨਾ ਵੀ ਇਹਨੂੰ ਬਾਦਲ ਪਰਿਵਾਰ ਨੇ ਹੀ ਭੇਜਿਆ, ਹੋ ਸਕਦਾ ਵੱਡੇ ਬਾਦਲ ਨੇ, ਸੁਖਬੀਰ ਨੇ ਭੇਜਿਆ। ਆਪਾਂ ਹੁਣ ਇਹਦੇ ਨਾਲ ਲਾ ਕੇ ਤੁਰਨਾ, ਇਹਨੂੰ ਜਿਤਾਉਣ ਦੀ ਕੋਸ਼ਿਸ਼ ਕਰਨੀ, ਤਾਂ ਸੀਟ ਟਿਕਟ ਇਹਨੂੰ ਮਿਲਣ ਦੀ ਕੋਸ਼ਿਸ਼ ਕਰਨੀ ਆ। ਪਰ ਜਦੋਂ ਇਹ 6 5 7 8 ਮਹੀਨੇ ਇਸੇ ਤਰ੍ਹਾਂ ਉੱਥੇ ਲਾਮਬੰਦੀ ਕਰਦਾ, ਮੀਟਿੰਗਾਂ ਕਰਦਾ, ਤੇ ਅਖੀਰ ਜਾ ਕੇ ਨਵੰਬਰ ਦਸੰਬਰ 'ਚ ਸੁਖਬੀਰ ਹੁਣੀ ਕਹਿੰਦੇ ਲਓ ਜੀ ਤੁਹਾਡਾ ਉਮੀਦਵਾਰ ਵਿਰਸਾ ਸਿੰਘ ਵਲਟੋਆ, ਤਾਂ ਫਿਰ ਔਖਾ ਹੋ ਜਾਣਾ, ਉੱਥੇ ਗੱਲ ਫਿਰ ਬਦਲ ਜਾਣੀ ਸੀ ਸਾਰੀ ਸਥਿਤੀ। ਤੇ ਉੱਥੇ ਜਿਹੜੇ ਫਿਰ ਉਹ ਲੋਕਾਂ ਦੇ ਮਨਾਂ 'ਚ ਆਉਣੀ ਸੀ ਵੀ ਹੁਣ ਇੰਨੇ ਮਹੀਨੇ ਦੇ ਇਹਦੇ ਨਾਲ ਕੰਮ ਕਰ ਲਿਆ, ਇਹਦੇ ਪ੍ਰਤੀ ਪ੍ਰਚਾਰ ਕੀਤਾ ਲੋਕਾਂ ਜਾ ਕੇ, ਹੁਣ ਅਸੀਂ ਵਿਰਸਾ ਸਿੰਘ ਵਲਟੋਏ ਬਾਰੇ ਕਿੱਦਾਂ ਗੱਲ ਕਰਾਂਗੇ। ਉਹ ਜਿਹੜੀ ਅਗਾਊਂ ਇਸ ਤਰੀਕੇ ਦੀ ਰਣਨੀਤੀ ਅਪਣਾਉਣੀ ਹੁੰਦੀ ਪਾਰਟੀਆਂ ਦੀ, ਉਹ ਇਸੇ ਨੂੰ ਮੁੱਖ ਰੱਖ ਕੇ ਕਰਦੇ ਆ ਵੀ ਜੇ ਹੁਣ ਬੰਦਾ ਉੱਥੇ ਦੂਜਾ ਤਿਆਰ ਹੋ ਚੱਲਿਆ ਤੇ ਉਹਨੂੰ ਪਹਿਲਾਂ ਹੀ ਦੱਸ ਦਈਏ ਭਾਈ ਤੇਰੀ ਵਾਰੀ ਨਹੀਂ ਆਉਣੀ, ਬੇਸ਼ੱਕ ਤੂੰ ਜੋ ਮਰਜ਼ੀ ਕਰਦਾ ਰਿਹਾ, ਸਾਡਾ ਬੰਦਾ ਤਾਂ ਆਹੀ ਖੜਨਾ ਆ। ਉਹ ਅਗਾਊਂ ਜਿਹੜੀ ਇਸ ਤਰੀਕੇ ਨਾਲ ਐਲਾਨਣਾ, ਉਹ ਕਈ ਵਾਰੀ ਤਾਂ ਪਾਰਟੀ ਨੂੰ ਫਿੱਟ ਬਹਿ ਜਾਂਦਾ ਤੇ ਕਈ ਵਾਰੀ ਉੱਥੇ ਬਗਾਵਤ ਸੁਰਾਂ ਜਿਹੜੀਆਂ ਉਹ ਹੋਰ ਤਿੱਖੀਆਂ ਹੋ ਜਾਂਦੀਆਂ, ਤੇ ਫਿਰ ਜਿਹੜਾ ਬੰਦਾ ਐਲਾਨਿਆ ਆ ਉਹ ਵੀ ਵਿਚਾਰਾ ਜਿੱਤਣ ਜੋਗਾ ਨਹੀਂ ਰਹਿੰਦਾ ਜੀ। ਤੇ ਇੱਥੇ ਵੀ ਕੁਝ ਤਿੱਖਾ ਜਿਹਾ ਹੁੰਦਾ ਜਾਪਦਾ ਹੈ, ਪਰ ਉਸ ਮੁੱਦੇ ਤੇ ਆਵਾਂਗੇ, ਪਰ ਪਹਿਲਾਂ ਲੈਣੇ ਆ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਸ਼ੇਰਗਿੱਲ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜਾ ਮੁੱਦਾ ਅਸੀਂ ਛੇੜਿਆ ਸੀ ਨਾ, ਉਸ ਮੁੱਦੇ ਦੇ ਵਿੱਚ ਕੁਝ ਨਵਾਂ ਅੱਜ ਹੋ ਰਿਹਾ, ਮੈਨੂੰ ਲੱਗਦਾ ਹੈ। ਉਹ ਨਵਾਂ ਕੀ ਹੋ ਰਿਹਾ? ਬਗਾਵਤੀ ਸੁਰਾਂ ਦੀ ਆਪਾਂ ਗੱਲ ਕੀਤੀ ਸੀ ਪਾਰਟੀਆਂ ਦੇ ਵਿੱਚ, ਜਦੋਂ ਸਵਿਚ ਔਨ ਕਰ ਜਾਂਦੇ ਆ ਇੱਕ ਦੂਜੀ ਪਾਰਟੀ 'ਚ ਆਗੂ, ਤੇ ਉਹਦੇ ਵਿੱਚ ਜਿਹੜੇ ਪਹਿਲਾਂ ਆਗੂ ਕੰਮ ਕਰਦੇ ਆ, ਨਾਰਾਜ਼ਗੀ ਹੋ ਜਾਂਦੀ ਆ, ਦੁਚਿੱਤੀ ਪੈਦਾ ਹੋ ਜਾਂਦੀ ਆ, ਕਿੱਧਰ ਨੂੰ ਜਾਈਏ ਕਿੱਧਰ ਨੂੰ ਨਾ ਜਾਈਏ। ਪਾਰਟੀ ਲਈ ਵੀ ਉਹ ਮੌਕਾ ਸੰਭਾਲਣਾ ਔਖਾ ਹੋ ਜਾਂਦਾ ਵੀ ਜਿਸ ਬੰਦੇ ਨੂੰ ਅਸੀਂ ਲੈ ਕੇ ਆਏ ਵਾਅਦਾ ਕਰਕੇ, ਉਹਦੇ ਤੋਂ ਮੁੱਕਰ ਨਹੀਂ ਸਕਦੇ। ਹੁਣ ਆਪਣੇ ਪਾਰਟੀ ਦੇ ਬੰਦੇ ਨੂੰ ਤਾਂ ਮਨਾ ਲਾਂਗੇ, ਤੇ ਜਿਹੜੀ ਪਾਰਟੀ ਦੇ ਵਿੱਚ ਉਹ ਬੰਦੇ ਨਾਰਾਜ਼ ਹੋਏ ਆ ਉਹਨਾਂ ਨੂੰ ਵੀ ਪਤਾ ਵੀ ਸਾਡਾ ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ, ਕਿਉਂਕਿ ਇਸ ਵੇਲੇ ਜੇ ਦੇਖੀਏ ਕੇਂਦਰ ਦੇ ਵਿੱਚ ਬੀਜੇਪੀ ਪੂਰੀ ਤਰ੍ਹਾਂ ਤੂਤੀ ਬੋਲਦੀ ਆ, ਸਾਰੇ ਦੇਸ਼ 'ਚ ਬੋਲਦੀ ਆ, ਜਿੱਥੇ ਸਰਕਾਰ ਨਹੀਂ ਵੀ ਹੈਗੀ ਉੱਥੇ ਵੀ ਬੀਜੇਪੀ ਵਾਲਿਆਂ ਨੂੰ ਪਤਾ, ਪੰਜਾਬ 'ਚ ਨਹੀਂ ਬੋਲਦੀ, ਬੇਸ਼ੱਕ ਨਹੀਂ ਬੋਲਦੀ, ਪਰ ਬੀਜੇਪੀ ਵਾਲਿਆਂ ਨੂੰ ਤਾਂ ਪਤਾ ਨਾ ਵੀ ਸਾਡੀ ਤੂਤੀ ਹੀ ਬੋਲਣੀ ਆ ਆਉਂਦੇ ਸਮੇਂ ਦੇ ਵਿੱਚ, ਹੋਰ ਨਾ ਕਿਸੇ ਲਈ ਤਾਂ ਉਹ ਬੋਲਣੀ ਵੀ ਨਹੀਂ ਚਾਹੀਦੀ। ਤੇ ਬੀਜੇਪੀ ਵਾਲੇ ਨੂੰ ਇਹ ਹੁੰਦਾ ਵੀ ਹੁਣ ਅਸੀਂ ਪਾਰਟੀ ਵੀ ਨਹੀਂ ਛੱਡ ਸਕਦੇ, ਕਿਤੇ ਹੋਰ ਜਾ ਵੀ ਨਹੀਂ ਸਕਦੇ। ਅਗਲਿਆਂ ਪਾਰਟੀ ਵਾਲਿਆਂ ਨੇ ਉਮੀਦਵਾਰ ਐਲਾਨ ਦਿੱਤੇ ਆ, ਤੇ ਫਿਰ ਉਹ ਚੁੱਪ ਕਰਕੇ ਸ਼ਾਂਤ ਹੋ ਜਾਂਦੇ ਵੀ ਦੇਖੀਏ ਕੋਈ ਨਾ ਮੌਕਾ ਆ ਜਾਏ, ਕਿਸ ਭਾਅ ਵਿਕਦੀ ਆ, ਆਉਂਦੇ ਸਮੇਂ ਦੇ ਵਿੱਚ ਮੌਕਾ ਦੇਖਾਂਗੇ। ਆਪਾਂ ਗੱਲ ਮਾਝੇ ਦੀ ਪੰਜਾਬ ਦੀ ਕਰਦੇ ਸੀਗੇ, ਉਹਦੇ ਵਿੱਚ ਜਰਨੈਲ ਦੀ ਗੱਲ ਆਉਂਦੀ ਹੈ ਵੀ ਮਾਝੇ ਦਾ ਜਰਨੈਲ। ਹੁਣ ਜੇ ਵਿਰਸਾ ਸਿੰਘ ਵਲਟੋਏ ਨੂੰ ਐਲਾਨਿਆ ਤਾਂ ਉਹਦੇ ਵਿੱਚ ਸੁਖਬੀਰ ਨੇ ਇਹ ਵੀ ਕੁਝ ਹੱਦ ਤੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਹੁਣ ਤੁਹਾਡਾ ਜਰਨੈਲ ਜਿਹੜਾ ਵੀ ਵਿਰਸਾ ਸਿੰਘ ਵਲਟੋਆ ਆ। ਪਰ ਇਹ ਮੈਨੂੰ ਨਹੀਂ ਸਮਝ ਲੱਗਦੀ ਕਿੰਨੇ ਕੁ ਜਰਨੈਲ ਬਣਾਉਣੇ ਆ। ਪਹਿਲਾਂ ਤਾਂ ਜਰਨੈਲ ਜਿਹੜਾ ਵਿਕਰਮ ਮਜੀਠੀਆ ਹੈਗਾ ਹੀ ਆ, ਔਰ ਉਹ ਧਾਕੜ ਆਗੂ ਹੈ, 'ਚ ਕੋਈ ਸ਼ੱਕ ਨਹੀਂ। ਜੇ ਆਪਣੇ ਆਪ ਨੂੰ ਨਹੀਂ ਕਹਾਉਂਦਾ ਵੱਖਰੀ ਗੱਲ ਹੈ, ਪਰ ਉਹਦੀ ਜਿਹੜੀ ਉੱਥੇ ਵਿਚਰਨ ਦੀ ਸ਼ੈਲੀ ਆ, ਕੰਮ ਕਰਨ ਦੀ ਸ਼ੈਲੀ ਆਪਣੇ ਹਲਕੇ ਦੇ ਵਿੱਚ, ਜਦੋਂ ਕਾਂਗਰਸ ਸੱਤਾ ਵਿੱਚ ਹੋਣ ਦੇ ਬਾਵਜੂਦ ਵੀ ਉੱਥੋਂ ਦੀਆਂ ਸਥਾਨਕ ਚੋਣਾਂ ਨੂੰ ਵੱਡੀ ਪੱਧਰ ਤੇ ਜਿੱਤ ਜਾਣਾ, ਔਰ ਸੱਤਾਧਾਰੀ ਵੱਲੋਂ ਪੂਰਾ ਧੱਕਾ ਕਰਨ ਦੇ ਬਾਵਜੂਦ ਕਾਗਜ਼ ਵੀ ਨਹੀਂ ਭਰਨ ਦੇਣਾ, ਤਹਿਸੀਲਾਂ ਦੇ ਦਫ਼ਤਰ ਜਿੰਦੇ ਲਾ ਦੇਣੇ ਆ ਵੀ ਟਾਈਮ ਲੰਘ ਜਾਏ ਕਾਗਜ਼ ਨਾ ਭਰ ਹੋਏ, ਉੱਥੇ ਵੀ ਧੱਕੇ ਨਾਲ ਕਾਗਜ਼ ਭਰਾ ਦੇਣੇ ਆ। ਸਥਾਨਕ ਲੋਕਾਂ ਦੇ ਆਪਣੇ ਹਲਕੇ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ, ਉਹਨਾਂ ਦੇ ਕੰਮ ਕਰਾਉਣੇ, ਇਹ ਹੁੰਦੀ ਜਰਨੈਲ ਵਾਲੀ ਗੱਲ, ਜਿਹੜਾ ਲਗਾਤਾਰ ਲੰਮੇ ਸਮੇਂ ਤੇ ਚੱਲਿਆ ਆਵੇ। ਇਹ ਨਹੀਂ ਵੀ 6 ਮਹੀਨੇ ਕਿਸੇ ਨੂੰ ਬਣਾਤਾ ਤੇ 6 ਮਹੀਨੇ ਕਿਸੇ ਹੋਰ ਨੂੰ ਬਣਾਤਾ, ਉਹ ਗੱਲ ਨਹੀਂ ਹੁੰਦੀ ਜਰਨੈਲ ਦੀ। ਹੁਣ ਉੱਥੇ ਗੱਲ ਚੱਲੀ ਸੀ ਆਦੇਸ਼ ਪ੍ਰਤਾਪ ਦੀ ਵੀ ਜੇ ਉਹ ਆਪਣੇ ਪਰਿਵਾਰ ਨੂੰ ਉੱਥੇ ਖੇਮਕਰਨ ਨੂੰ ਦਿਵਾਉਣਾ ਚਾਹੁੰਦਾ ਤੇ ਹੋ ਸਕਦਾ ਆਪ ਪੱਟੀ ਹਲਕਾ ਤਾਂ ਹੈਗਾ ਹੀ ਸੀ ਉਹਦੇ ਕੋਲ, ਤੇ ਉੱਥੇ ਸ਼ਾਇਦ ਆਪਣੀ ਵਾਈਫ ਨੂੰ, ਸੁਖਬੀਰ ਦੀ ਭੈਣ ਹੋਣਾ ਨੂੰ ਸ਼ਾਇਦ ਦਿਵਾਉਣ ਦੀ ਕੋਸ਼ਿਸ਼ ਕਰੇ। ਹਜੇ ਗੱਲ ਉੜੀ ਨਹੀਂ ਹੈਗੀ, ਕਿਤੇ ਮੀਡੀਆ 'ਚ ਆਈ ਵੀ ਨਹੀਂ। ਵੈਸੇ ਕਿਆਸ ਆ ਵੀ ਜੇ ਉਹ ਕਹਿੰਦਾ ਸੀ ਮੇਰੇ ਪਰਿਵਾਰ ਦਾ ਹੀ ਉੱਥੇ ਕੋਈ ਉਮੀਦਵਾਰ ਖੜਾ ਹੋਊਗਾ ਤੇ ਫਿਰ ਕੁਦਰਤੀ ਆਪੇ ਉਹਦੀ ਵਾਈਫ ਹੋ ਸਕਦੀ ਸੀ। ਪਰ ਉਹਦੇ ਲਈ ਵਿਕਰਮ ਮਜੀਠੀਆ ਹੋਣਾ ਨੂੰ ਵੀ ਕਿਤੇ ਸਵਾਲ ਪੁੱਛਿਆ ਵੀ ਇਦਾਂ ਦੀ ਗੱਲ ਉੱਥੇ ਖੇਮ ਕਰਨ ਵਾਲੀ ਚੱਲ ਰਹੀ ਆ, ਤੇ ਉਹਨਾਂ ਨੇ ਫਿਰ ਇੱਕ ਸਹਿਜੇ ਦੇ ਵਿੱਚ ਹਲਕੇ ਲਹਿਜੇ 'ਚ ਕਹਿਤਾ ਬਈ ਮਜੀਠਾ ਹਲਕਾ ਵੀ ਜੇ ਚਾਹੋ ਤਾਂ ਭੈਣ ਜੀ ਹੁਣੀ ਉੱਥੋਂ ਲੜ ਸਕਦੇ ਚੋਣ। ਮਤਲਬ ਕਹਿਣ ਦਾ ਵੀ ਜੇ ਉਹ ਗੱਲ ਉੱਥੇ ਲੜਾਈ ਦੀ ਆ ਜਾਂਦੀ ਆ, ਨਾਰਾਜ਼ਗੀ ਦੀ ਗੱਲ ਆ ਜਾਂਦੀ ਆ, ਜਾਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਦੀ ਗੱਲ ਆ ਜਾਂਦੀ ਆ, ਤੇ ਉਹਨੂੰ ਉਹਨਾਂ ਨੇ ਥੋੜਾ ਜਿਹਾ ਵਿਰਾਮ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਪਰਿਵਾਰਕ ਮਸਲਾ ਆ, ਪਰਿਵਾਰ ਦਾ ਮਾਮਲਾ ਆ, ਬੈਠ ਕੇ ਨਿਬੇੜ ਲਾਂਗੇ, ਤੇ ਜੇ ਕਹੋਗੇ ਤਾਂ ਮੈਂ ਮਜੀਠਾ ਹਲਕਾ ਵੀ ਉਹਨਾਂ ਨੂੰ ਦੇ ਦੂੰਗਾ, ਚੋਣ ਲੜ ਸਕਦੇ, ਕੋਈ ਏਡੀ ਵੱਡੀ ਗੱਲ ਨਹੀਂ। ਕਿਆਸ ਆ ਉਹਨਾਂ ਨੇ ਹਲਕੇ ਲਹਿਜੇ ਦੇ ਵਿੱਚ ਇਸ ਸਾਰੇ ਕੁਛ ਨੂੰ ਵਿਰਾਮ ਦੇਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਜਦੋਂ ਇਦਾਂ ਦੀਆਂ ਗੱਲਾਂ ਉੱਠਦੀਆਂ ਪਰਿਵਾਰ ਦੇ ਵਿੱਚ ਤਾਂ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ, ਤੇ ਜਦੋਂ ਕੋਈ ਇਹੋ ਜਿਹੀ ਗੱਲ ਮੀਡੀਆ ਦੇ ਮੂਹਰੇ ਆਉਂਦਾ, ਮੁਖਾਤਬ ਹੁੰਦਾ ਆ, ਤਾਂ ਸੁਭਾਵਿਕ ਆ ਵੀ ਕਿਸੇ ਨਾ ਕਿਸੇ ਪੱਤਰਕਾਰ ਨੇ ਇਹੋ ਜਿਹਾ ਸਵਾਲ ਉਹਨਾਂ ਨੂੰ ਪੁੱਛਣਾ ਹੀ ਹੁੰਦਾ। ਇੱਕ ਵਿਰਾਮ ਤੋਂ ਬਾਅਦ ਕੇਂਦਰ ਤੇ ਕੇਜਰੀਵਾਲ ਸਰਕਾਰ ਫਿਰ ਆਮੋ ਸਾਹਮਣੇ ਆ ਗਏ ਨੇ। ਭਲਾ ਇਹ ਕੀ ਮਾਮਲਾ ਹੈ ਹੁਣ ਆਮੋ ਸਾਹਮਣੇ ਹੋਣ ਦਾ?
ਦਿੱਲੀ ਜਿਹੜੀ ਆ ਰਾਜਧਾਨੀ ਦੇ ਨਾਲ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹੈਗਾ ਜੀ ਜਿਹਦੇ ਅਧਿਕਾਰਾਂ ਨੂੰ ਲੈ ਕੇ ਲੜਾਈ 2014 ਤੋਂ ਜਦੋਂ ਕੇਜਰੀਵਾਲ ਸਰਕਾਰ ਬਣੀ, ਦੂਸਰੀ ਟਰਮ ਫਿਰ ਬਣੀ, ਉਦੋਂ ਤੋਂ ਹੀ ਕੇਂਦਰ ਨਾਲ ਉਹਦੀ ਐਸੀ ਟਸਲ ਚੱਲ ਰਹੀ ਆ ਵੀ ਆਹ ਮਾਮਲੇ 'ਚ ਸਾਡਾ ਅਧਿਕਾਰ ਆ, ਆਹ ਮਾਮਲੇ 'ਚ ਕੇਂਦਰ ਦਾ ਹੋ ਗਿਆ। ਤੁਸੀਂ ਆ ਫਾਈਲਾਂ ਭੇਜੀਆਂ ਤਾਂ LG ਨੂੰ ਦਿਖਾਉਣੀਆਂ ਪੈਣਗੀਆਂ, ਤੁਸੀਂ ਕਿਸੇ ਵੱਡੇ ਅਹੁਦੇ ਦਾ ਤਬਾਦਲਾ ਕੀਤਾ ਤਾਂ LG ਤੋਂ ਪੁੱਛ ਕੇ ਕਰਨਾ ਪਊਗਾ। ਨੋ ਡਾਊਟ ਉੱਥੇ LG ਸੁਪਰ ਪਾਵਰ ਹੁੰਦੀ ਆ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ। ਹਰੇਕ 'ਚ ਪੁੱਡੂਚੂਰੀ ਦੇਖ ਲਈਏ ਆਪਾਂ, ਤੇ ਹੋਰ ਵੀ ਜਿਹੜੇ ਦਮਨ ਦਿਊ ਵਗੈਰਾ ਜਿਹੜੇ ਹੈਗੇ ਆ ਕੇਂਦਰ ਸ਼ਾਸਿਤ ਆ, ਉੱਥੇ ਰਾਜਪਾਲ ਇੱਕ ਕਿਸਮ ਦਾ ਪ੍ਰਸ਼ਾਸਕ ਹੁੰਦਾ ਆ। ਪਰ ਇੱਥੇ ਵੋਟਾਂ ਨਾਲ ਚੁਣੀ ਜਾਣ ਵਾਲੀ ਸਰਕਾਰ ਦੀ ਵੀ ਕੋਈ ਨਾ ਕੋਈ ਵੈਲਿਊ ਹੁੰਦੀ ਆ, ਜਿਹਨੂੰ ਆਪਾਂ ਲੋਕਤੰਤਰ ਕਹਿੰਦੇ ਆ। ਹੁਣ ਦਿੱਲੀ ਦੇ ਵਿੱਚ ਨਾ ਤਾਂ ਪੁਲਿਸ ਇਹਨਾਂ ਦੇ ਅੰਡਰ ਆ, ਪ੍ਰਸ਼ਾਸਨ ਇਹਨਾਂ ਦੇ ਅੰਡਰ ਹੈ ਨਹੀਂ, ਇਹਨਾਂ ਦਾ ਅੰਦਰ ਆ ਵੀ ਉਹਨੂੰ ਚਲਾਉਣਾ ਕਿੱਦਾਂ ਆ। ਸਾਰਾ ਪੁਲਿਸ ਵਗੈਰਾ ਏਜੰਸੀਆਂ ਉਹ ਟੋਟਲੀ ਕੇਂਦਰ ਦੇ ਅੰਡਰ ਆ। 2014 ਤੋਂ ਹੀ ਟਕਰਾਅ ਵਾਲੀਆਂ ਕਈ ਵਾਰੀ ਇਹੋ ਜਿਹੀ ਸਥਿਤੀਆਂ ਬਣੀਆਂ ਵੀ ਫਾਈਲ ਭੇਜ ਦੇਣੀ LG ਕੋਲ, ਉਹਨਾਂ ਨੇ ਵਿਚਾਰਨੀ ਨਹੀਂ, ਕਈ ਦਿਨ ਰੱਖ ਛੱਡਣੀ। ਫਿਰ ਕੇਜਰੀਵਾਲ ਸਾਹਿਬ ਕਈ ਵਾਰੀ ਜਾ ਕੇ LG ਮੁਰੇ ਧਰਨਾ ਵੀ ਦੇ ਕੇ ਆਏ ਆ। ਕਈ ਵਾਰੀ ਇਹਨਾਂ ਦੇ ਵਿਰੋਧ ਪ੍ਰਦਰਸ਼ਨ ਵੀ LG ਦੇ ਦਫ਼ਤਰ ਮੁਰੇ ਹੋਏ ਆ। ਉਹ ਚਲਦੀ ਗੱਲ ਫਿਰ ਹੁਣ ਇੱਕ ਕਿਸਮ ਨਾਲ ਠੰਡੀ ਤਾਂ ਨਹੀਂ ਹੋਈ ਸੀ, ਅੰਦਰੋਂ ਅੰਦਰ ਸੁਲਗਦੀ ਜ਼ਰੂਰ ਸੀ। ਪਰ ਜਿੱਥੋਂ ਤੱਕ ਲੱਗਦਾ ਸੀਗਾ ਵੀ ਦਿੱਲੀ ਸਰਕਾਰ ਨੇ ਥੋੜਾ ਜਿਹਾ ਸਮਝੌਤਾ ਕਰ ਲਿਆ ਸੀ ਵੀ ਚੱਲ ਯਾਰ ਸਰਕਾਰ ਚਲਾਉਣੀ ਆ, ਵੀ ਇਹਨਾਂ ਦੇ ਮੂਹਰੇ ਹੁਣ ਧੱਕਾ ਕੀ ਕਰਨਾ, ਇਹਨਾਂ ਨੇ ਸਾਡੇ ਉੱਤੇ ਦਬਾਅ ਪਾ ਲੈਣਾ। ਉਹ ਗੱਲ ਹੁਣ ਦੁਬਾਰਾ ਉੱਠ ਖੜੀ ਹੈ। ਉਹ ਇਸ ਕਰਕੇ ਵੀ ਲੋਕ ਸਭਾ ਦੇ ਵਿੱਚ ਜਿਹੜਾ ਕੌਮੀ ਰਾਜਧਾਨੀ ਕਾਨੂੰਨਾਂ ਦੇ ਅਧਿਕਾਰਾਂ ਬਾਰੇ ਇੱਕ ਸੋਧ ਬਿੱਲ ਉਹ ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲੇ ਨੇ ਪੇਸ਼ ਕਰਤਾ, ਜਿਹਦੇ ਵਿੱਚ ਅਧਿਕਾਰਾਂ ਦੀ ਵੰਡ ਨੂੰ ਲੈ ਕੇ ਫਿਰ ਦੁਬਾਰਾ ਚਰਚਾ ਛਿੜ ਗਈ। ਤੇ ਇੱਕਦਮ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਆ ਮਨੀਸ਼ ਸਿਸੋਦੀਆ, ਉਹਨਾਂ ਦਾ ਐਡਾ ਵੱਡਾ ਦੋਸ਼ ਸੀਗਾ ਵੀ BJP ਨੇ ਸਾਰੇ ਜਿਹੜੇ ਸਾਮ ਦਾਮ ਦੰਡ ਵੇਦ ਕਰਕੇ ਦੇਖ ਲਏ, ਦਿੱਲੀ ਦੀ ਸੱਤਾ ਤੇ ਹਥਿਆ ਨਹੀਂ ਸਕੀ, ਉਹ ਉੱਥੇ ਕਾਬਜ਼ ਨਹੀਂ ਹੋ ਸਕੀ। ਇੱਥੋਂ ਤੱਕ ਕਿ ਜਿਹੜੇ ਨਿਗਮ ਵਗੈਰਾ ਚੋਣਾਂ 'ਚ ਵੀ ਉਹਨਾਂ ਦਾ ਡੰਡਾ ਨਹੀਂ ਚੱਲਿਆ। ਫਿਰ ਜ਼ਿਮਨੀ ਚੋਣਾਂ ਹੋਈਆਂ, ਉਹਦੇ ਵਿੱਚ ਵੀ ਉਹਨਾਂ ਦੀ ਨਹੀਂ ਚੱਲੀ। ਹੁਣ ਉਹਨਾਂ ਦਾ ਜਿਹੜਾ ਇਰਾਦਾ ਆ ਇਸ ਸੋਧ ਬਿੱਲ ਰਾਹੀਂ ਬੈਕਡੋਰ ਵਿੱਚੋਂ ਐਂਟਰੀ ਲੈ ਕੇ ਦਿੱਲੀ ਦੀ ਸਰਕਾਰ ਤੇ ਕਾਬਜ਼ ਹੋਣਾ, ਬਈ ਇਹ ਅਸੀਂ ਨਹੀਂ ਹੋਣ ਦੇਵਾਂਗੇ। ਇਹ ਟਕਰਾਅ ਵਾਲੀ ਸਥਿਤੀ ਦੇ ਵਿੱਚ ਨੁਕਸਾਨ ਲੋਕਾਂ ਦਾ ਹੁੰਦਾ। ਉੱਥੇ ਕਈ ਇਹੋ ਜਿਹੇ ਮਹੱਤਵਪੂਰਨ ਬਿੱਲ ਹੁੰਦੇ ਆ, ਸਰਕਾਰ ਦੇ ਡਿਸੀਜਨ ਹੁੰਦੇ ਆ, ਫੈਸਲੇ ਹੁੰਦੇ ਜਿਨ੍ਹਾਂ ਨੂੰ ਪਾਸ ਹੋਣਾ ਜ਼ਰੂਰੀ ਹੁੰਦਾ ਆ। ਉਹ ਜਾਂ ਤਾਂ ਅੜੀ ਦੇ ਵਿੱਚ ਜਾਂ ਟਕਰਾਅ ਦੇ ਵਿੱਚ ਜਾਂ ਦੋਨਾਂ ਦੇ ਪਾਸਿਓਂ ਈਗੋ ਕਹਿਦੀ ਹੈ ਵੀ ਹਾਂ ਮੈਂ ਵੱਡਾ ਤੇ ਉਹ ਵੱਡਾ ਨਹੀਂ ਹੈਗਾ, ਉਹਦੇ ਕਰਕੇ ਉਹ ਫੈਸਲੇ ਜਿਹੜੇ ਆ ਉਹ ਲਟਕਦੇ ਰਹਿ ਜਾਂਦੇ ਆ, ਲੋਕਾਂ ਦਾ ਨੁਕਸਾਨ ਹੁੰਦਾ। ਇੱਦਾਂ ਫਾਈਲਾਂ ਕਈ ਪਹਿਲੇ LG ਦੇ ਕੋਲ ਵੀ ਪਈਆਂ ਰਹੀਆਂ। ਪਰ ਹੁਣ ਜਦੋਂ ਇਹਨਾਂ ਇਸ ਤਰੀਕੇ ਨਾਲ ਕਰ ਲਿਆ ਤਾਂ BJP ਦਾ ਵੀ ਇਹ ਕਹਿਣਾ ਸੀਗਾ ਵੀ ਅਸੀਂ ਕੋਈ ਸੱਤਾ ਹਥਿਆਉਣ ਦੀ ਕੋਸ਼ਿਸ਼ ਨਹੀਂ ਹੈ। ਦਿੱਲੀ ਇੱਕ ਕੇਂਦਰ ਸ਼ਾਸਤ ਆ, ਉਹਦੇ ਵਿੱਚ ਵੱਧ ਅਧਿਕਾਰ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਹੁੰਦੇ ਆ। ਦਿੱਲੀ ਕੋਲ ਜਿੰਨੇ ਅਧਿਕਾਰ ਹੈਗੇ ਆ ਉਨੇ ਹੈਗੇ ਆ। ਪਰ ਇਹ ਟਕਰਾਅ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣ ਦੀ ਸੰਭਾਵਨਾ ਆ, ਕਿਉਂਕਿ ਜਿੰਨੇ ਇੱਕ ਅਧਿਕਾਰ ਪਹਿਲਾਂ ਵੀ ਸੀਗੇ LG ਕੋਲ, ਉਸ ਤੋਂ ਵੀ ਵੱਧ ਅਧਿਕਾਰ ਦੇਣ ਵਾਲਾ ਇਹ ਸੋਧ ਬਿੱਲ ਆ, ਜਿਹਦੇ ਕਰਕੇ ਜਦੋਂ ਵੀ ਕੋਈ ਕੇਜਰੀਵਾਲ ਸਰਕਾਰ ਨੂੰ ਕੋਈ ਨਵੇਂ ਤਰੀਕੇ ਨਾਲ ਕੋਈ ਨਵਾਂ ਡਿਸੀਜਨ, ਕੋਈ ਨਵਾਂ ਬਿੱਲ ਪਾਸ ਕਰਨਾ ਹੋਊਗਾ ਤੇ ਉਹਦਾ LG ਦੇ ਨਾਲ ਟਕਰਾਅ ਹੋਊਗਾ ਹੀ ਹਰ ਹਾਲਤ ਵਿੱਚ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਵੀ ਦਿੱਲੀ ਦੇ ਵਿੱਚ ਜਦੋਂ ਤੋਂ ਸਰਕਾਰ ਬਣੀ ਆ, ਉਹਨੇ ਸਿੱਖਿਆ, ਸਿਹਤ, ਇਹਨਾਂ ਕੰਮਾਂ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਔਰ ਉਹ ਇੱਕ ਰੋਲ ਮਾਡਲ ਦੇ ਤੌਰ ਤੇ ਲੋਕਾਂ ਨੇ ਵਰਲਡ ਲੈਵਲ ਤੇ ਦੇਖਿਆ ਆ। ਚਾਹੇ ਉਹ ਮੁਹੱਲਾ ਕਲੀਨਿਕ ਹੋਵੇ, ਚਾਹੇ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਕੰਮ ਹੋਵੇ। ਤੇ ਆਪਾਂ ਵੀ ਜਦੋਂ ਤਸਵੀਰਾਂ ਆਉਂਦੀਆਂ ਦੇਖਦੇ ਆ ਵੀ ਇੰਨੇ ਵਧੀਆ ਸਕੂਲ ਉੱਥੇ ਬਣਾਤੇ ਸਰਕਾਰੀ, ਵੀ ਲੋਕ ਪ੍ਰਾਈਵੇਟਾਂ 'ਚੋਂ ਹਟ ਕੇ ਸਰਕਾਰੀ ਵੱਲ ਨੂੰ ਤਰਜੀਹ ਦੇਣ ਲੱਗ ਪਏ ਸੀਗੇ। ਫਿਰ ਸਿਹਤ ਦੇ ਵੱਲ ਜਿੰਨਾ ਸਿਹਤ ਵਿੱਚ ਕੰਮ ਕੀਤਾ, ਸਿਹਤ ਦੇ ਖੇਤਰ ਦੇ ਵਿੱਚ ਦਿੱਲੀ ਸਰਕਾਰ ਨੇ, ਮੈਨੂੰ ਲੱਗਦਾ ਨਹੀਂ ਕਿਸੇ ਹੋਰ ਸਟੇਟ ਨੇ ਇੰਨਾ ਕੀਤਾ ਹੋਣਾ। ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਕਰੋਨਾ ਦੇ ਟਾਈਮ ਵਿੱਚ ਵੀ ਉਹਨਾਂ ਨੇ ਇਸ ਨੂੰ ਕਾਬੂ ਕਰਨ ਦੀ, ਕੰਟਰੋਲ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ, ਔਰ ਕਾਫੀ ਹੱਦ ਤੱਕ ਉਹ ਸਫਲ ਵੀ ਹੋਈ ਸੀ ਇਸ ਕੰਮ ਦੇ ਵਿੱਚ। ਸੋ ਉਹਨਾਂ ਦੇ ਕੰਮਾਂ ਦੀ ਜਿਹੜੀ ਆ ਉਹ ਤੂਤੀ ਬੋਲਦੀ ਆ। ਇਸ ਕਰਕੇ ਵੀ ਆ ਵੀ ਹੁਣ ਆਉਣ ਵਾਲੀਆਂ ਚੋਣਾਂ 'ਚ ਇਹਨਾਂ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਹੋ ਸਕਦਾ ਲੋਕ ਇਹਨਾਂ ਨੂੰ ਦੁਬਾਰਾ ਚੁਣ ਲੈਣ। ਤਾਂ ਉਹਦੇ ਵਿੱਚ ਜਦੋਂ ਇਹ ਗੱਲ ਆ ਜਾਂਦੀ ਹੈ ਚੁਣਨ ਦੀ, ਨਵੀਂ ਸਰਕਾਰ ਬਣਨ ਦੀ, ਤਾਂ ਫਿਰ ਸੱਤਾ ਦੀ ਜਦੋਂ ਤਬਦੀਲੀ ਦੇ ਵਿੱਚ ਆਉਂਦੇ ਤੇ ਦੂਜੀਆਂ ਪਾਰਟੀਆਂ, ਚਾਹੇ BJP ਆ, ਕਾਂਗਰਸ ਆ, ਉਹਨਾਂ ਨੂੰ ਹੁੰਦਾ ਪਿਆ ਯਾਰ ਇਹ ਇਦਾਂ ਦੇ ਕੰਮ ਕਰ ਗਏ, ਸਾਡੀ ਤਾਂ ਵਾਰੀ ਨਹੀਂ ਆਉਣੀ। ਤਾਂ ਉਹਦੇ ਵਿੱਚ ਵੀ ਇਹ ਜਿਹੜੀ ਕੋਸ਼ਿਸ਼ ਆ ਉਸ ਚੋਣਾਂ ਨੂੰ ਮੁੱਖ ਰੱਖ ਕੇ ਕੀਤੀ ਹੋਈ ਵੀ ਕਹਿ ਸਕਦੇ ਆ। ਤੇ ਸ਼ੇਰਗਿੱਲ ਜੀ, ਜਿਹੜਾ ਮੁੱਦਾ ਇਸ ਤੋਂ ਬਾਅਦ ਦਿੱਲੀ ਦੇ ਨਾਲ ਹੀ ਜੁੜਿਆ, ਪਰ ਦਿੱਲੀ ਖਾਸ ਕੱਲੀ ਨਹੀਂ ਹੈ, ਪੂਰਾ ਦੇਸ਼ ਇਹਦੇ ਨਾਲ ਜੁੜਿਆ ਹੋਇਆ। ਸੰਸਦ ਦੇ ਵਿੱਚ ਇੱਕ ਮੁੱਦਾ ਗੂੰਜਿਆ ਕਿਉਂਕਿ ਪਿਛਲੇ 2 ਦਿਨਾਂ 'ਚ ਬੈਂਕਾਂ ਦੀ ਹੜਤਾਲ ਰਹੀ ਤੇ ਹੜਤਾਲ ਦੀ ਵਜ੍ਹਾ ਸੀ ਨਿੱਜੀਕਰਨ। ਉਹ ਤੋਂ ਬਾਅਦ ਨਿੱਜੀਕਰਨ ਦਾ ਮੁੱਦਾ ਸੰਸਦ ਵਿੱਚ ਕੀ ਗੂੰਜਿਆ, ਕੌਣ ਕੀ ਬੋਲਿਆ, ਇਹਦੇ ਬਾਰੇ ਦੱਸੋ।
ਸਰਕਾਰ ਦੀ ਜਿਹੜੀ ਹੈ ਨਿੱਜੀਕਰਨ ਦੀ ਪਾਲਿਸੀ ਆ ਉਹਦੇ ਵਿੱਚ ਦੋਸ਼ ਇਹ ਲੱਗ ਰਹੇ ਆ ਕਿ ਨਿੱਜੀਕਰਨ ਦੇ ਆੜ ਦੇ ਵਿੱਚ ਸਰਕਾਰੀ ਅਦਾਰੇ ਵੇਚਣ ਨੂੰ ਤਿਆਰ ਹੋਈ ਆ ਸਰਕਾਰ ਜੀ। ਆਪਾਂ ਜੇ 4-5 ਸਾਲ ਪਿੱਛੇ ਦੇਖੀਏ ਤਾਂ 27 ਬੈਂਕਾਂ ਸੀਗੀਆਂ ਸਰਕਾਰੀ ਜੀ। ਜਿਹੜੀਆਂ ਕਿ ਮਰਜ ਹੋ ਕੇ ਰਲੇਵਾਂ ਹੋ ਕੇ ਘਟ ਕੇ ਉਹ ਰਹਿ ਗਈਆਂ 12। ਹੁਣ ਉਸ 12 ਦੇ ਵਿੱਚੋਂ ਵੀ ਨਿਰਮਲਾ ਸੀਤਾਰਮਨ ਉਹਨਾਂ ਨੇ ਜਦੋਂ ਬਜਟ ਪੇਸ਼ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ 2-4 ਬੈਂਕਾਂ ਹੋਰ ਵੀ ਇੱਕ ਦੂਜੇ ਦੇ ਵਿੱਚ ਮਰਜ ਹੋਣਗੀਆਂ, ਮਤਲਬ ਕਿ ਇਹ ਸਰਕਾਰੀ ਬੈਂਕਾਂ ਦੀ ਗਿਣਤੀ ਹੋਰ ਘਟ ਜਾਊਗੀ। ਇਸੇ ਗੱਲ ਨੂੰ ਲੈ ਕੇ ਬੈਂਕਾਂ ਵਾਲਿਆਂ ਨੇ ਇਹ ਨਿੱਜੀਕਰਨ ਦਾ ਜਿਹੜੀ ਲਹਿਰ ਚਲਾਈ ਆ ਉਹਦਾ ਜ਼ੋਰਦਾਰ ਵਿਰੋਧ ਕਰ ਰਹੇ ਆ। 2 ਦਿਨ ਦੀ ਹੜਤਾਲ ਕੀਤੀ ਆ, ਸੰਕੇਤਕ ਤੌਰ ਤੇ ਸਰਕਾਰ ਨੂੰ ਦੱਸਿਆ ਵੀ ਤੁਹਾਡਾ ਜਿਹੜਾ ਨਿੱਜੀਕਰਨ ਦਾ ਇਹ ਜਿਹੜਾ ਫੈਸਲਾ ਆ ਇਹ ਲੋਕ ਪੱਖੀ ਨਹੀਂ ਹੈਗਾ ਆ, ਇਹ ਉਜਾੜਨ ਵਾਲਾ ਆ। ਸਰਕਾਰੀ ਅਦਾਰਿਆਂ ਦੀ ਉਜਾੜਾ ਇਹਦੇ ਵਿੱਚ ਹੋਣਾ ਬਹੁਤ। ਸਰਕਾਰ ਕਹਿੰਦੀ ਆ ਵੀ ਨਿਰਮਲਾ ਸੀਤਾਰਮਨ ਨੇ ਦੁਬਾਰਾ ਕਿਹਾ ਵੀ ਨਿੱਜੀਕਰਨ ਤੋਂ ਬਗੈਰ ਗੁਜ਼ਾਰਾ ਨਹੀਂ। ਫਿਰ ਵੀ ਨਾਲ ਇਸ 2 ਦਿਨ ਦੀ ਹੜਤਾਲ ਦੇ ਸੰਦਰਭ 'ਚ ਉਹਨਾਂ ਨੇ ਕਿਹਾ ਵੀ ਘਬਰਾਓ ਨਾ, ਜਿਹੜੇ ਸਾਰੇ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਨਹੀਂ ਹੋਊਗਾ, ਕੁਛ ਇੱਕ ਹੋਊਗਾ। ਹੁਣ ਰੌਲਾ ਤਾਂ ਇਹ ਪੈ ਰਿਹਾ ਸੀ ਵੀ 2 ਬੈਂਕਾਂ ਸਰਕਾਰ ਨੇ ਵੇਚਣ ਲਾਤੀਆਂ, ਕਿਹੜੀਆਂ ਉਹਦਾ ਅਜੇ ਖੁਲਾਸਾ ਨਹੀਂ ਸੀ ਹੋਇਆ, ਕਿਹਨੂੰ ਵੇਚਣੀਆਂ ਉਹ ਵੀ ਨਹੀਂ ਪਤਾ। ਪਰ ਜਦੋਂ ਨਿੱਜੀਕਰਨ ਦੀ ਗੱਲ ਆ ਜਾਂਦੀ ਤਾਂ ਫਿਰ ਕਾਰਪੋਰੇਟ ਘਰਾਣਿਆਂ ਦਾ ਨਾਂ ਪਿੱਛੇ ਨਹੀਂ ਰਹਿੰਦਾ ਹੁੰਦਾ। ਬਿਲਕੁਲ ਇਸੇ ਮੁੱਦੇ ਤੇ ਵਾਪਸ ਪਰਤਦੇ ਆ, ਪਰ ਇਸ ਵੇਲੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜੇ ਮੁੱਦੇ ਤੇ ਗੱਲ ਕਰ ਰਹੇ ਸੀ, ਨਿੱਜੀਕਰਨ ਦਾ ਮੁੱਦਾ ਸੀ ਜੀ। ਕਾਂਗਰਸ ਦੇ ਇੱਕ ਆਗੂ ਨੇ ਵੀ ਇਹਦੇ ਬਾਰੇ ਕੁਝ ਆਖਿਆ। ਮੈਂ ਪਹਿਲਾਂ ਉਹਨੂੰ ਕੰਟੀਨਿਊ ਥੋੜੀ ਜਿਹੀ ਕਰਨੀ ਚਾਹੂੰਗਾ ਜੀ। ਤੁਹਾਨੂੰ ਯਾਦ ਹੋਊਗਾ ਜਦੋਂ ਨੋਟਬੰਦੀ ਹੋਈ ਸੀ ਨਾ, ਉਦੋਂ ਇਹੀ ਸਰਕਾਰੀ ਬੈਂਕਾਂ ਦੇ ਜਿਹੜੇ ਕਰਮਚਾਰੀ ਸੀਗੇ ਜੀ, ਉਹ ਇੰਨਾ ਕੁ ਕੰਮ ਉਹਨਾਂ ਨੇ ਕੀਤਾ ਸੀਗਾ ਨੋਟ ਗਿਣਨ ਦੇ ਵਿੱਚ ਵੀ ਉਹਨਾਂ ਨੇ ਐਤਵਾਰ ਵੀ ਭੁੱਲ ਗਏ ਸੀ। 24 ਘੰਟੇ ਕੰਮ ਕੀਤਾ, ਨੋਟ ਹੀ ਨਹੀਂ ਸੀ ਗਿਣ ਹੁੰਦੇ, ਕਿਉਂਕਿ ਨੋਟਬੰਦੀ ਦੇ ਵਿੱਚ ਜਿੰਨੇ ਨੋਟ ਪੁਰਾਣੇ ਸੀਗੇ ਉਹ ਜਮ੍ਹਾਂ ਤਾਂ ਹੋਣੇ ਸੀਗੇ, ਉਹਨਾਂ ਦਾ ਹਿਸਾਬ ਕਿਤਾਬ ਵੀ ਦੇਣਾ ਸੀਗਾ ਤੇ ਉਹਨੂੰ ਗਿਣਦਿਆਂ ਨੂੰ ਸਾਰੀ ਰਾਤ ਲੰਘ ਜਾਂਦੀ ਸੀਗੀ। ਤੇ ਪ੍ਰਧਾਨ ਮੰਤਰੀ ਤੋਂ ਸ਼ਾਬਾਸ਼ ਵੀ ਇਹਨਾਂ ਨੇ ਲਈ ਸੀ, ਪ੍ਰਸ਼ੰਸਾ ਵੀ ਕੀਤੀ ਸੀ ਵੀ ਸਾਡੇ ਬੈਂਕ ਦੇ ਕਰਮਚਾਰੀ ਬਹੁਤ ਵਧੀਆ ਆ, ਬਹੁਤ ਕੰਮ ਕਰਦੇ ਆ। ਤੇ ਇੱਕ ਜਿਹੜੀ ਪ੍ਰਧਾਨ ਮੰਤਰੀ ਦੀ ਜਨ ਧਨ ਯੋਜਨਾ ਸੀਗੀ, ਉਹਦੇ ਖਾਤੇ ਖੁਲਵਾਉਣ ਦੇ ਵਿੱਚ ਵੀ ਇਹਨਾਂ ਹੀ ਬੈਂਕ ਕਰਮਚਾਰੀਆਂ ਦਾ ਬਹੁਤ ਵੱਡਾ ਰੋਲ ਸੀ, ਬਹੁਤ ਵੱਡੀ ਭੂਮਿਕਾ ਸੀਗੀ। ਬਹੁਤੀ ਦੇਰ ਨਹੀਂ ਗੱਲ ਆ, ਇਹ 3-4 ਸਾਲ ਦੀ ਗੱਲ ਆ। ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਤੇ ਹੀ ਇਹ ਤਲਵਾਰ ਲਟਕ ਜਾਣੀ ਮੁੜ ਕੇ, ਵੀ ਸਾਡੀਆਂ ਹੀ ਬੈਂਕਾਂ ਜਿਹੜੀਆਂ ਇਹਨਾਂ ਨੇ ਵੇਚਣ ਨੂੰ ਲਾ ਦੇਣਾ ਤੇ ਸਾਨੂੰ ਜਿਹੜਾ ਆ ਰੋਜ਼ਗਾਰ ਚੰਗਾ ਭਲਾ ਬਣਿਆ ਬਣਾਇਆ। ਕਿਉਂਕਿ ਬੈਂਕ ਵਾਲਿਆਂ ਦੀ ਨੌਕਰੀ ਬਹੁਤ ਸ਼ਾਹੀ ਨੌਕਰੀ ਮੰਨੀ ਜਾਂਦੀ ਆ, ਤਨਖਾਹਾਂ ਵੀ ਕੁਦਰਤੀ ਕੇਂਦਰ ਸਰਕਾਰ ਦੀ ਜਿਹੜਾ ਸਕੇਲ ਵੱਡਾ ਹੁੰਦਾ ਬੈਂਕ ਵਾਲਿਆਂ ਲਈ। ਤੇ ਉਹਨਾਂ ਨੇ ਕਦੇ ਚਿੱਤੇ ਵੀ ਨਹੀਂ ਕੀਤਾ ਹੋਣਾ ਵੀ ਜਿਸ ਸਰਕਾਰ ਲਈ ਅਸੀਂ ਆ ਨੋਟ ਗਿਣਨ ਲਈ ਸਾਰੀ ਰਾਤ ਅੱਖਾਂ ਵੀ ਖਰਾਬ ਕਰ ਲਈਆਂ, ਐਨਕਾਂ ਲਵਾ ਲਈਆਂ, ਰੋਟੀ ਪਾਣੀ ਦਾ ਕੋਈ ਮਤਲਬ ਟਾਈਮ ਹੀ ਨਹੀਂ ਸੀ ਹੁੰਦਾ। ਤੇ ਅੱਜ ਉਹੀ ਜਿਹੜੇ ਕਰਮਚਾਰੀ ਆ ਤੇ ਹੜਤਾਲਾਂ ਵਿਚਾਰੇ ਕਰ ਰਹੇ ਆ, ਪ੍ਰਦਰਸ਼ਨ ਕਰ ਰਹੇ ਆ, ਨਾਅਰੇਬਾਜ਼ੀ ਕਰ ਰਹੇ ਆ। ਇਹ ਸਮੇਂ ਦੇ ਇੱਕ ਵਿਡੰਬਣਾ ਹੀ ਆ, ਦੇਖ ਲਓ ਵੀ ਉਹ ਸਮਾਂ ਵੀ ਸੀਗਾ ਇੱਕ 4 ਸਾਲ ਪਹਿਲਾਂ 2016-17 'ਚ ਕੀਤੀ ਸੀ ਨੋਟਬੰਦੀ। ਉਸ ਤੋਂ ਬਾਅਦ 4 ਸਾਲ ਹੀ ਹੋਏ ਜੇ ਸੈਕੰਡ ਟਰਮ ਮੋਦੀ ਸਾਹਿਬ ਦੀ ਆ ਗਈ ਆ। ਤੇ ਉਹਨਾਂ ਨੇ ਉਦੋਂ ਤੋਂ ਚੱਲ ਕੇ ਨਿੱਜੀਕਰਨ ਦਾ ਐਸਾ ਜ਼ੋਰ ਫੜਿਆ ਵੀ ਹੁਣ ਉਹ ਬੈਂਕਾਂ ਵੇਚਣ ਤੱਕ ਆ ਗਏ। ਸਰਕਾਰੀ ਅਦਾਰੇ ਜਿਹੜੇ ਉਹ ਪਹਿਲਾਂ ਹੀ ਵੇਚਣ ਤੇ ਲਾਏ ਹੋ ਆ। ਹੁਣ ਵੇਚਣ ਦੀ ਗੱਲ ਜੇ ਕਰਦੇ ਆ ਤਾਂ ਰੇਲਵੇ ਵੀ ਵਿੱਚ ਆਉਂਦੀ ਆ। ਰੇਲਵੇ ਦੀਆਂ ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਨਵੀਆਂ ਗੱਡੀਆਂ ਬਣਾਈਆਂ ਜਾ ਰਹੀਆਂ ਆ। ਇਹਦੇ ਵਿੱਚ ਮੈਂ ਲੋਕ ਸਭਾ ਦੇ ਵਿੱਚ ਸੁਣਿਆ ਕਿ ਸਾਡੇ MP ਆ ਕਾਂਗਰਸ ਦੇ ਜਸਵੀਰ ਸਿੰਘ ਡਿੰਪਾ ਹੋਣੀ, ਉਹਨਾਂ ਨੇ ਬੜੇ ਬੇਬਾਕ ਤਰੀਕੇ ਨਾਲ ਅੰਦਰ ਗੱਲ ਕੀਤੀ। ਕਹਿੰਦੇ ਦੇਖੋ ਕਿੰਨਾ ਵਧੀਆ ਨਾਂ ਆ ਕਿਸੇ ਵੀ ਰੇਲਵੇ ਸਟੇਸ਼ਨ ਦਾ, ਉੱਥੇ ਬਹੁਤ ਵਧੀਆ ਨਾਂ ਵੀ ਆ ਤੇ ਉਹਦੀ ਸਫਾਈ ਵੀ ਆ, ਉਹਦਾ ਪ੍ਰਬੰਧ ਵੀ ਆ, ਸਰਕਾਰ ਬਹੁਤ ਵਧੀਆ ਚਲਾ ਰਹੀ ਆ। ਪਰ ਇਹਨੂੰ ਪ੍ਰਾਈਵੇਟ ਕਰਕੇ ਉੱਥੇ ਕਿਸੇ ਹੋਰ ਦਾ ਠੱਪਾ ਲੱਗ ਜਾਣਾ। ਫਿਰ ਆ ਗਏ ਏਅਰਪੋਰਟਾਂ ਦੀ ਗੱਲ। ਕਹਿੰਦੇ ਸਾਡੇ ਅੰਮ੍ਰਿਤਸਰ ਜਿਹੜਾ ਏਅਰਪੋਰਟ ਦਾ ਨਾਂ ਆ ਚੌਥੇ ਪਾਤਸ਼ਾਹ ਦੇ ਨਾਂ ਤੇ ਰੱਖਿਆ, ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ। ਤੇ ਜਦੋਂ ਹੁਣ ਕਹਿੰਦੇ ਉਹਦੀ ਵਾਰੀ ਆਉਣੀ ਆ ਰੱਖ ਰਖਾਅ ਦੀ ਜਾਂ ਉਹਦੀ ਪ੍ਰਬੰਧਾਂ ਦੀ ਜਾਂ ਉਹਨੂੰ ਹਿੱਸਾ ਦੇ ਕੇ ਉਹਨੂੰ ਪ੍ਰਬੰਧ ਚਲਾਉਣ ਦੀ, ਤੇ ਕਹਿੰਦੇ ਉੱਥੇ ਜਿਹੜਾ ਬੋਰਡ ਲੱਗ ਜਾਣਾ ਅਡਾਨੀ ਦਾ। ਇਸੇ ਤਰ੍ਹਾਂ ਕਹਿੰਦੇ ਗੁਜਰਾਤ ਦੇ ਵਿੱਚ ਆ ਸਰਦਾਰ ਪਟੇਲ ਦਾ ਏਅਰਪੋਰਟ ਆ, ਉੱਥੇ ਵੀ ਤੁਸੀਂ ਆਉਂਦੇ ਸਮੇਂ ਦੇਖਿਓ ਅਡਾਨੀ ਦਾ ਬੋਰਡ ਲੱਗ ਜਾਣਾ। ਕਹਿੰਦੇ ਇਹ ਨਿੱਜੀਕਰਨ ਕਾਹਦਾ ਹੋਇਆ ਜਿੱਥੇ ਜਿਹੜੇ ਸਾਡੇ ਪੁਰਖਾਂ ਦੇ ਨਾਂ ਆ, ਗੁਰੂਆਂ ਦੇ ਨਾਂ ਤੇ ਜਿਹੜੀ ਚੀਜ਼ਾਂ ਆ ਉਹਨੂੰ ਆਪਾਂ ਬਦਲ ਕੇ ਇੱਕ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਤੇ ਉਹਨਾਂ ਦਾ ਨਾਂ ਦਾ ਠੱਪਾ ਲੱਗ ਰਿਹਾ। ਰੇਲਵੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਆ ਅਡਾਨੀ ਰੇਲ ਆ ਗਈ, ਆ ਅੰਬਾਨੀ ਰੇਲ ਆ ਗਈ, ਇਹ ਕਦੇ ਅੱਜ ਤੱਕ ਸੁਣੀ ਸੀਗੀ। ਬੜੇ ਉਹਨਾਂ ਨੇ ਤਰੀਕੇ ਨਾਲ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਰਣਜੀਤ ਬਿੱਟੂ ਜਿਹੜੇ ਵਿਰੋਧੀ ਧਿਰ ਦੇ ਆਗੂ ਇਸ ਵੇਲੇ ਬਣੇ ਹੋਏ ਆ, ਉਹਨਾਂ ਨੇ ਵੀ ਕਿਹਾ ਵੀ ਜਿਹੜਾ ਬੈਂਕਾਂ ਦਾ ਨਿੱਜੀਕਰਨ ਆ ਇਹ ਗਰੀਬਾਂ ਨੂੰ ਮਾਰਨ ਵਾਲਾ ਆ।
ਕਿਉਂਕਿ ਸਰਕਾਰੀ ਬੈਂਕ ਜਿਹੜੇ ਆ ਉਹ ਗਰੀਬਾਂ ਦੇ ਫਾਇਦੇ ਲਈ ਸੋਚਦੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਸੈਂਟਰ ਨੇ ਦੇਣੀਆਂ ਹੁੰਦੀਆਂ। ਤੇ ਜੇ ਆਪਾਂ ਇਹਨੂੰ ਪ੍ਰਾਈਵੇਟ ਕਰਤਾ ਤੇ ਜਿਹੜੇ ਨਿੱਜੀ ਬੈਂਕਾਂ ਆ ਉਹ ਗਰੀਬਾਂ ਨੂੰ ਮਾਰਨ ਲਈ ਗਰੀਬਾਂ ਬਾਰੇ ਘੱਟ ਆਪਣੇ ਮੁਨਾਫੇ ਲਈ ਜ਼ਿਆਦਾ ਸੋਚਣਗੇ ਵੀ ਸਾਨੂੰ ਜਿਹੜਾ ਕਿੱਥੋਂ ਮੁਨਾਫਾ ਹੁੰਦਾ ਆ ਅਸੀਂ ਉਧਰ ਨੂੰ ਜਾਣਾ। ਇਹਦੇ ਨਾਲ ਕੀ ਹੋਊਗਾ, ਛੋਟਿਆਂ ਕਿਸਾਨਾਂ ਨੂੰ ਕਰਜ਼ਾ ਮਿਲਣੋਂ ਘੱਟ ਜਾਊ। ਨਿੱਜੀ ਬੈਂਕ ਬਹੁਤ ਘੱਟ ਦੇਣਗੇ, ਰਿਕਵਰੀ ਕਿੱਥੋਂ ਕਰਨੀ ਆ। ਸਰਕਾਰ ਵਾਲੇ ਪਾਸੇ ਤਾਂ ਰਿਕਵਰੀ ਕਰ ਲੈਂਦੇ ਸੀਗੇ, ਤੇ ਜੇ ਉਹ ਤੋਂ ਬਾਅਦ ਇਹ ਜਿਹੜੇ ਕਰਜ਼ੇ ਆ ਵੱਡੇ ਕਿਸਾਨਾਂ ਨੂੰ ਮਿਲੂਗੇ, ਛੋਟੇ ਜਿਹੜੇ ਵਪਾਰੀਆਂ ਨੂੰ ਕਰਜ਼ੇ ਨਹੀਂ ਮਿਲਣੇ, ਕਾਰਪੋਰੇਟ ਘਰਾਣਿਆਂ ਨੂੰ, ਵੱਡਿਆਂ ਨੂੰ, ਚਾਹੇ ਉਹ ਵੱਡਾ ਕਾਰਪੋਰੇਟ ਘਰਾਣਾ ਕਹਿ ਲਓ ਚਾਹੇ ਵੱਡਾ ਵਪਾਰੀ ਕਹਿ ਲਓ, ਉਹਨਾਂ ਵੱਲ ਨੂੰ ਨਿੱਜੀ ਬੈਂਕਾਂ ਦੀ ਤਰਜੀਹ ਹੋਊਗੀ ਵੀ ਆਪਾਂ ਇਹਨਾਂ ਨੂੰ ਦੇਣਾ ਕਰਜ਼ਾ ਤਾਂ ਕਿ ਇਹਨਾਂ ਤੋਂ ਰਿਕਵਰੀ ਛੇਤੀ ਹੋ ਸਕੇ। ਕੁੱਲ ਮਿਲਾ ਕੇ ਜਿਹੜਾ ਨਿੱਜੀਕਰਨ ਦਾ ਇਹ ਮਾਮਲਾ ਆ ਇਹ ਦੇਸ਼ ਨੂੰ ਤਬਾਹ ਕਰਨ ਵਾਲਾ, ਜਿੰਨੇ ਵੀ ਵਿਰੋਧੀ ਧਿਰ ਦੇ ਅੰਦਰ ਮੈਂਬਰ ਸੀ ਲੋਕ ਸਭਾ ਦੇ ਵਿੱਚ ਚਾਹੇ ਰਾਜ ਸਭਾ ਦੇ ਵਿੱਚ ਖੜਗੇ ਹੋਣੀ ਸੀ, ਉਹਨਾਂ ਸਾਰਿਆਂ ਨੇ ਸਰਕਾਰ ਨੂੰ ਘੇਰਿਆ ਵੀ ਜਿਹੜਾ ਤੁਸੀਂ ਲੀਹ ਨੂੰ ਤੁਰ ਪਏ ਆ ਇਹਨੂੰ ਛੱਡ ਦਿਓ, ਇਹ ਲੀਹ ਜਿਹੜੀ ਆ ਦੇਸ਼ ਨੂੰ ਬਰਬਾਦ ਕਰਨ ਵਾਲੀ ਆ, ਦੇਸ਼ ਦੇ ਉਜਾੜੇ ਵਾਲੀ ਆ। ਜੀ ਤੇ ਅਵਤਾਰ ਜੀ ਤੁਹਾਡੇ ਸਵਾਲਾਂ ਦੇ ਵਿੱਚੋਂ ਮੈਨੂੰ ਸਵਾਲ ਚੇਤੇ ਆ ਰਿਹਾ ਹੈ ਕਿ ਜੇ ਪ੍ਰਾਈਵੇਟ ਬੈਂਕ ਹੋ ਜਾਣਗੇ ਤੇ ਆਮ ਲੋਕ ਪੈਸੇ ਜਮ੍ਹਾਂ ਕਰਾਉਣਗੇ, ਜਦੋਂ ਕਰੋੜਾਂ ਨਹੀਂ ਅਰਬਾਂ ਕਵਾਂਗੇ ਜਮ੍ਹਾਂ ਹੋ ਜਾਣਗੇ ਤੇ ਹੋ ਸਕਦਾ ਕਿ ਉਹ ਬੈਂਕ ਹੀ ਬੰਦ ਕਰ ਦੇਣ, ਪੈਸੇ ਲੈ ਕੇ ਭੱਜ ਜਾਣ। ਕਈ ਹੋਏ ਆ ਜੀ ਇੱਦਾਂ, ਕਈ ਹੋਏ ਬੈਂਕਾਂ ਇੱਦਾਂ ਜੇ ਆਪਾਂ ਉਹਦੇ ਵਿੱਚ ਕਾਫੀ ਨਾਂ ਆਉਂਦੇ, PMC ਹੋ ਗਿਆ ਜਿਹੜੇ ਬੈਂਕਰਪਟ ਹੋ ਗਈ ਆ, ਕਈਆਂ ਦੇ NPA ਹੋ ਗਏ ਆ ਜਿਹੜੇ ਪੇ ਉਹ ਜਿਹੜੇ ਵਾਪਸ ਹੀ ਨਹੀਂ ਕਰਜ਼ਾ ਆਇਆ ਉਹਨੂੰ NPA ਘੋਸ਼ਿਤ ਕਰ ਦਿੱਤਾ ਵੀ ਹੁਣ ਇਹਦੇ ਤੋਂ ਕੁਝ ਮਿਲਣ ਵਾਲਾ ਹੈ ਨਹੀਂ, ਤੇ ਕਈਆਂ ਦੇ ਬੈਂਕਾਂ ਤੋਂ ਕਰਜ਼ੇ ਲੈ ਕੇ ਮਾਲੀਆ ਵਰਗੇ ਉਹ ਦਾ ਰਫੂ ਚੱਕਰ ਹੋ ਗਏ, ਅਰਬਾਂ ਖਰਬਾਂ ਰੁਪਏ ਲੈ ਕੇ ਚਲੇ ਗਏ ਆ, ਉਹ ਬੈਂਕ ਨੂੰ ਕਰਜ਼ਾਈ ਕਰ ਗਏ ਆ, ਮੁੜ ਕੇ ਉੱਠਣ ਜੋਗੇ ਨਹੀਂ ਛੱਡੇ। ਕਈ ਬੈਂਕ ਹੋਏ ਇਦਾਂ ਦੇ ਜਿਹੜੇ ਕਿ ਆਪਣੇ ਆਪ ਦਿਵਾਲੀਆ ਹੋ ਗਏ ਆ, ਇਸੇ ਚੱਕਰ ਦੇ ਵਿੱਚ ਵੀ ਉਹਨਾਂ ਨੇ ਵੱਡੇ ਵੱਡੇ ਘਰਾਣਿਆਂ ਨੂੰ, ਨਿੱਜੀ ਜਿਹੜੇ ਘਰਾਣੇ ਆ ਉਹਨਾਂ ਨੂੰ ਕਰਜ਼ੇ ਦੇ ਦਿੱਤੇ ਤੇ ਉਹ ਵਾਪਸ ਮੁੜੇ ਨਹੀਂ, ਕਿਸ਼ਤਾਂ ਵੀ ਨਹੀਂ ਮੁੜੀਆਂ। ਤੇ ਜਦੋਂ ਵੀ ਇਹ ਸਰਕਲ ਚੱਲਦਾ ਨਹੀਂ ਹੁੰਦਾ, ਕਿਸ਼ਤਾਂ ਦੇ ਸਰਕਲ ਚੱਲਣਗੇ ਤਾਂ ਮੁੜ ਕੇ ਉਹ ਦੁਬਾਰਾ ਦੇਣ ਵਾਲੇ ਬਣਨਗੇ ਬੈਂਕ, ਤੇ ਜੇ ਕਿਸ਼ਤਾਂ ਰੁਕ ਗਈਆਂ, ਇੱਕ ਥਾਂ ਗਿਆ ਹੋਇਆ ਕਰਜ਼ਾ ਵਾਪਸ ਨਹੀਂ ਆਇਆ, ਅਮਾਊਂਟ ਚਾਹੇ ਅੱਧੀ ਵੀ ਨਹੀਂ ਆਈ, ਤੇ ਉਹ ਸਰਕਲ ਕਿੱਦਾਂ ਚੱਲੂਗਾ, ਅਗਲੇ ਬੰਦੇ ਨੂੰ ਕਿਵੇਂ ਦਊਗਾ। ਇਹ ਨਿੱਜੀਕਰਨ ਦੇ ਮਾਮਲੇ ਦੇ ਵਿੱਚ ਰਾਹੁਲ ਨੇ ਵੀ ਟਵੀਟ ਕੀਤਾ ਸੀਗਾ, ਉਹਦੇ ਵਿੱਚ ਵੀ ਇਹ ਸੀ ਵੀ ਰਾਸ਼ਟਰਵਾਦ ਦੇ ਨਾਂ ਤੇ ਨਿੱਜੀਕਰਨ ਕੀਤਾ ਜਾ ਰਿਹਾ, ਵੀ ਪਤਾ ਨਹੀਂ ਇਹਦੇ 'ਚ ਕਿੰਨਾ ਕੁ ਫਾਇਦਾ ਆ। ਪਰ ਇੱਕ ਗੱਲ ਹੋ ਰਿਹਾ, ਨਿੱਜੀਕਰਨ ਨੂੰ ਜਿੰਨਾ ਬੜਾਵਾ ਇਸ ਵੇਲੇ BJP ਸਰਕਾਰ ਦੇ ਰਹੀ ਆ, ਉਨਾ ਹੀ ਇਹਦਾ ਵਿਰੋਧ BJP ਨੇ ਆਪਣੀ ਸੱਤਾ ਤੋਂ ਪਿੱਛੇ ਪਿਛਲੀਆਂ ਸਰਕਾਰਾਂ ਵੇਲੇ ਕਰਦੀ ਆਈ ਆ। ਇਹ ਇੱਕਦਮ ਤਬਦੀਲੀ ਆਉਣ ਦਾ ਕਾਰਨ ਕੀ ਹੋ ਸਕਦਾ, ਇਹ ਤਾਂ ਇਹ ਜਾਣਨਗੇ ਜਾਂ ਸੱਤਾ 'ਚ ਬੈਠੇ ਜਿਹੜੇ ਆ ਮੰਤਰੀ ਉਹ ਜਾਣਨਗੇ ਵੀ ਇਹਨਾਂ ਦੇ ਵਿੱਚ ਇਹੋ ਜਿਹੀ ਤਬਦੀਲੀ ਕੀ ਆ ਗਈ ਵੀ ਹਰ ਗੱਲ ਨੂੰ ਨਿੱਜੀਕਰਨ ਵੱਲ ਨੂੰ ਤੋਰ ਪਏ ਆ। ਅੱਜ ਇਹ ਬੈਂਕਾਂ ਵਾਲੇ ਕਰ ਰਹੇ ਆ, LIC ਜਿਹੜਾ ਆ ਉਹ ਬਹੁਤ ਮੁਨਾਫੇ ਵਿੱਚ ਜਾ ਰਿਹਾ। ਦੱਸਦੇ ਆ ਵੀ ਜਵਾਹਰ ਲਾਲ ਨਹਿਰੂ ਨੇ ਬਣਾਇਆ ਸੀ ਤੇ ਉਦੋਂ ਬਹੁਤ ਇੱਕ ਨਿਗੁਣੀ ਜੀ ਕੀਮਤ ਤੇ ਖੜਾ ਕੀਤਾ ਸੀ, ਤੇ ਇਸ ਵੇਲੇ ਉਹ ਲੱਖਾਂ ਕਰੋੜਾਂ ਅਰਬਾਂ ਰੁਪਈਏ ਦੇ ਵਿੱਚ ਜਾ ਰਿਹਾ। ਔਰ ਉਹ ਜਿੱਥੇ ਵੀ ਕਿਤੇ ਕੈਲੈਮਿਟੀ ਹੁੰਦੀ ਆ ਨੈਚੁਰਲ, ਜਿੱਥੇ ਵੀ ਕੋਈ ਕੁਦਰਤੀ ਆਫਤ ਆਉਂਦੀ ਆ, ਤਾਂ ਜਿੰਨਾ ਵੱਧ ਤੋਂ ਵੱਧ ਜਿਹੜਾ ਫਾਇਦਾ ਆ ਉਹ LIC ਸਰਕਾਰ ਨੂੰ ਦਿੰਦੀ ਆ। ਉਹਨਾਂ ਕੋਲ ਫੰਡ ਇੰਨਾ ਕੁ ਹੁੰਦਾ ਆ ਵੀ ਉਹ ਸਰਕਾਰ ਨੂੰ ਉਸੇ ਵੇਲੇ ਦੇਣ ਦੇ ਵਿੱਚ ਤਿਆਰ ਹੋ ਜਾਂਦੀ ਆ ਵੀ ਤੁਸੀਂ ਇਹਨੂੰ ਵਰਤੋ, ਸਾਡੇ ਕੋਲ ਜਦੋਂ ਤੁਸੀਂ ਆਊਗਾ ਵਾਪਸ ਮੋੜ ਦਿਓ। ਉਹਨਾਂ ਦੇ ਕਲੇਮ ਕਿੰਨੇ ਦਿੰਦੀ LIC, ਉਸ ਅਦਾਰੇ ਨੂੰ ਵੀ ਹੁਣ ਪ੍ਰਾਈਵੇਟਾਈਜ਼ ਕਰਨ ਜਾ ਰਹੇ ਆ, ਤੇ ਆਉਂਦੇ ਸਮੇਂ ਦੇ ਵਿੱਚ LIC ਦੇ ਮੁਲਾਜ਼ਮ ਜਿਹੜੇ ਆ, LIC ਅਦਾਰੇ ਦੇ ਜਿੰਨੇ ਕੰਮ ਕਰਦੇ ਆ ਉਹਨਾਂ ਨੇ ਵੀ ਹੁਣ ਹੜਤਾਲਾਂ ਤੇ ਜਾਣਾ ਆ। ਸੋ ਗੱਲ ਉਹੀ ਆਉਂਦੀ ਆ ਵੀ ਨਿੱਜੀਕਰਨ ਨੂੰ ਜਿੰਨਾ ਬਲ ਦੇ ਰਹੇ ਆ, ਇਸ ਗੱਲ ਨੂੰ ਸੋਚ ਕੇ ਸਰਕਾਰ ਨੂੰ ਦੇਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਆ ਗਰੀਬ ਮੁਲਕ ਦੇ ਤੌਰ ਤੇ ਲਈਏ ਜਾਂ ਇਹਨੂੰ ਵਿਕਸਿਤ ਮੁਲਕ ਦੇ ਤੌਰ ਤੇ ਲਈਏ, ਸਰਕਾਰੀ ਅਦਾਰੇ ਚੱਲਣੇ ਚਾਹੀਦੇ ਨਾਲ। ਇਹ ਨਹੀਂ ਵੀ ਤੁਸੀਂ ਇਕੱਲਾ ਨਿੱਜੀਕਰਨ ਕਰਦੇ ਹੋ ਤਾਂ ਸਰਕਾਰੀ ਅਦਾਰਿਆਂ ਨੂੰ ਭੁੱਲ ਜਾਓ। ਜੇ ਤੁਸੀਂ ਕਹੋ ਵੀ ਨਹੀਂ ਨਿੱਜੀਕਰਨ ਵੀ ਹੋ ਰਿਹਾ ਸਰਕਾਰੀ ਵੀ ਰਹੇਗਾ, ਤੇ ਉਹ ਗੱਲ ਚੱਲਦੀ ਨਹੀਂ ਹੁੰਦੀ। ਬੇਸ਼ੱਕ ਪਿਊਸ਼ ਗੋਇਲ ਹੋਣਾ ਨੇ ਕਿਹਾ ਵੀ ਰੇਲਵੇ ਨੂੰ ਪੂਰੀ ਤਰ੍ਹਾਂ ਨਿੱਜੀਕਰਨ ਨਹੀਂ ਕੀਤਾ ਜਾਊਗਾ, ਠੀਕ ਹੈ, ਜਿਹੜੀ ਰੇਲ ਗੱਡੀਆਂ ਉਹ ਅਸੀਂ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਬਣਾ ਰਹੇ ਹਾਂ, ਪਰ ਇਹਦੇ ਵਿੱਚ ਇਹ ਦੱਸਣਾ ਤਾਂ ਪਊਗਾ ਨਾ ਵੀ ਪ੍ਰਾਈਵੇਟ ਪਾਰਟਨਰਸ਼ਿਪ ਕਿੰਨੀ ਹੋਊਗੀ। ਜੇ ਉਹਨਾਂ ਦੀ 50% ਤੋਂ ਵੱਧ ਗਈ, 51 ਹੋ ਗਈ 100 ਚੋਂ, ਤਾਂ ਫਿਰ ਉਹਨਾਂ ਦੀ ਜ਼ਿਆਦਾ ਹੋਊਗੀ ਸਰਦਾਰੀ। ਜੇ 51 ਤੋਂ ਘੱਟ ਕੇ 49 ਰਹਿ ਗਈ ਉਹਨਾਂ ਦੀ, 51 ਸਰਕਾਰ ਦੀ ਰਹਿ ਗਈ, ਤਾਂ ਫਿਰ ਸਰਕਾਰ ਦੀ ਜ਼ਿਆਦਾ ਹੁੰਦੀ ਸਰਦਾਰੀ। ਪਰ ਇਹ ਇਸ ਗੱਲ ਨੂੰ ਕਲੀਅਰ ਨਹੀਂ ਕਰਦੇ। ਜਦੋਂ FDI ਆਇਆ ਸੀ ਨਾ, ਸਿੱਧਾ ਵਿਦੇਸ਼ੀ ਨਿਵੇਸ਼, ਸਰਦਾਰ ਮਨਮੋਹਨ ਸਿੰਘ ਸਰਕਾਰ ਲੈ ਕੇ ਆਈ ਸੀ, ਉਦੋਂ ਰੌਲਾ 49-51 ਦਾ ਹੀ ਸੀਗਾ। ਇਹਨਾਂ ਨੇ 51 ਕੀਤਾ ਸੀ ਵਿਦੇਸ਼ੀ ਨਿਵੇਸ਼ ਨੂੰ, ਤਾਂ ਆਪਣਾ ਕੀਤਾ ਸੀ 49। BJP ਸਰਕਾਰ ਨੇ ਵਿਰੋਧ ਕੀਤਾ ਸੀਗਾ ਵੀ ਜੇ 51 ਕਰਤਾ ਤੇ ਸਰਦਾਰੀ ਉਹਨਾਂ ਦੀ ਹੋ ਗਈ, ਤੇ ਸਰਕਾਰ ਦੇ ਵੱਸ ਕੀ ਰਹੂਗਾ, ਦੇਸ਼ ਦੇ ਵੱਸ ਕੀ ਰਹੂਗਾ। ਉਹ ਮਜਬੂਰਨ ਕੱਢ ਕੇ ਫਿਰ 49 ਕਰਨਾ ਪਿਆ ਸੀ। ਜਦੋਂ ਆਪ ਦੀ ਸਰਕਾਰ ਆਈ ਉਦੋਂ 100% ਹੀ ਕਰਤਾ, ਇਹਨਾਂ ਨੇ 100 ਹੀ ਕਰਤਾ, 51 ਦੇ ਕਦੇ ਰਹਿ ਨਹੀਂ ਦਿੱਤਾ। ਸੋ ਇਹ ਗੱਲਾਂ ਸੋਚ ਕੇ ਵਿਚਾਰ ਕੇ ਫੇਰ ਹੀ ਆਪਾਂ ਨਿੱਜੀਕਰਨ ਕਰਾਂਗੇ। ਜੇ ਹੁਣ ਇਹਦੇ ਵਿੱਚ ਥੋੜਾ ਜਿਹਾ ਹੋਰ ਪਿੱਛੇ ਨੂੰ ਜਾਈਏ, ਪੰਜਾਬ ਦੇ ਵਿੱਚ ਕਹਿੰਦੇ ਸੀ ਵੀ ਨਿੱਜੀ ਸਕੂਲ ਆ ਲੈਣ ਦਿਓ ਜੀ, ਕੋਈ ਗੱਲ ਨਹੀਂ, ਪੜ੍ਹਾਈ ਵਧੀਆ ਹੋਊਗੀ, ਸਰਕਾਰੀ ਵੀ ਨਾਲ ਚੱਲੂਗੇ। ਸਰਕਾਰੀ ਲੱਭਦਾ ਨਹੀਂ ਕਿਤੇ,
ਨਿੱਜੀ ਸਕੂਲਾਂ ਦੇ ਬੋਲਬਾਲਾ ਆ। ਨਿੱਜੀ ਹਸਪਤਾਲਾਂ ਦੀ ਗੱਲ ਚੱਲੀ ਸੀ ਪੰਜਾਬ 'ਚ, ਨਹੀਂ ਸੀ ਭਾਵੇਂ ਹੋਰ ਵੀ ਕਿਤੇ, ਉਦੋਂ ਵੀ ਇਹ ਸੀ ਵੀ ਸਰਕਾਰੀ ਹਸਪਤਾਲ ਵੀ ਵਧੀਆ ਚਲਾਵਾਂਗੇ ਤੇ ਨਿੱਜੀ ਵੀ ਚੱਲਣ ਦਿਓ। ਹੁਣ ਸਰਕਾਰੀ ਸਿਵਲ ਹਸਪਤਾਲ ਲੱਭਦਾ ਕਿਤੇ ਕੋਈ ਨਹੀਂ, ਜੇ ਹੈਗਾ ਵੀ ਤਾਂ ਉੱਥੇ ਨਾ ਤਾਂ ਸਟਾਫ ਪੂਰਾ ਆ, ਨਾ ਫੈਸਿਲਿਟੀ ਆ, ਨਾ ਕੋਈ ਉਹਦਾ ਟੈਕਨੋਲੋਜੀ ਆ ਨਵੀਂ, ਤੇ ਨਾ ਹੀ ਉੱਥੇ ਕੋਈ ਇਹੋ ਜਿਹੀ ਬੈੱਡਾਂ ਦੀ ਕੰਮ ਹੈ ਜਿੱਥੇ ਚੰਗੀ ਤਰ੍ਹਾਂ ਮਰੀਜ਼ ਦਾ ਇਲਾਜ ਹੋ ਸਕੇ। ਪ੍ਰਾਈਵੇਟ ਵਾਲੇ ਉਹ ਛਿੱਲ ਵੀ ਪੂਰੇ ਲਾਉਂਦੇ ਆ ਤੇ ਉਹ ਆਪੇ ਉਹਨਾਂ ਨੇ ਟੈਕਨੋਲੋਜੀ ਵੀ ਨਵੀਂ ਲੈਣੀ ਆ, ਤਾਂ ਉਹਨਾਂ ਨੂੰ ਖੁੱਲ੍ਹ ਵੀ ਪੂਰੀ ਦਿੱਤੀ ਆ ਵੀ ਤੁਸੀਂ ਜੋ ਮਰਜ਼ੀ ਕਰ ਸਕਦੇ ਆ। ਇਸੇ ਕਰਕੇ ਆ ਵੀ ਨਿੱਜੀਕਰਨ ਦੇ ਆੜ ਦੇ ਵਿੱਚ ਸਰਕਾਰੀ ਅਦਾਰਿਆਂ ਦਾ ਭੋਗ ਪੈ ਰਿਹਾ, ਜਿਹਦੇ ਬਾਰੇ ਸਰਕਾਰ ਨੂੰ ਇਹ ਦੁਬਾਰਾ ਸੋਚਣਾ ਪਵੇਗਾ। ਜੀ, ਤੇ ਇਸ ਵੇਲੇ ਭਲਾ ਕਿੰਨਾਂ ਨੂੰ ਸੋਚਣਾ ਪਏਗਾ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਹੋ ਗਏ ਨੇ? ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ ਹੋਇਆ, ਅਕਾਲੀ ਆਗੂਆਂ ਖਿਲਾਫ ਪਰਚੇ ਪੈ ਗਏ ਨੇ ਜੀ। ਇਹ ਕਿੱਦਾਂ ਦਾ, ਕਿੱਥੇ ਤੱਕ ਪਹੁੰਚੇਗਾ ਇਹ ਮਾਮਲਾ ਤੁਹਾਨੂੰ? ਨਹੀਂ, ਮਾਮਲਾ ਤਾਂ ਹੁਣ ਜਦੋਂ FIR ਦਰਜ ਹੋ ਗਈ ਉਸ ਤੋਂ ਬਾਅਦ ਕੀ ਕਰਦੀ ਆ ਉਹ ਹਰਿਆਣਾ ਸਰਕਾਰ ਨੇ ਦੇਖਣਾ ਆ। ਪਰ ਇਹਦੇ ਵਿੱਚ ਗੱਲ ਇਹ ਉੱਠਦੀ ਆ ਵੀ ਕੀ ਵਿਰੋਧ ਪ੍ਰਦਰਸ਼ਨ ਕਰਨ ਦਾ ਸਾਨੂੰ ਅਧਿਕਾਰ ਹੈ ਨਹੀਂ? ਕਿਸੇ ਦੇ ਗੱਲ ਨਾਲ ਸਹਿਮਤ ਨਾ ਹੋਣਾ ਉਹ ਅਧਿਕਾਰ ਹੈ ਨਹੀਂ। ਇਹਦੇ ਵਿੱਚ ਸਹਿਮਤੀ ਅਸਹਿਮਤੀ ਵਾਲੀ ਗੱਲ ਵੀ ਹੈ ਨਹੀਂ ਸੀ। ਅਕਾਲੀ ਵਿਧਾਇਕਾਂ ਨੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਖੱਟਰ ਸਾਹਿਬ ਤੋਂ ਜਵਾਬ ਮੰਗਣਾ ਚਾਹਿਆ ਵੀ ਹੁਣ ਇੱਧਰੋਂ ਲੰਘਣੇ ਆ ਤਾਂ ਇਹਨਾਂ ਨੂੰ ਪੁੱਛਦੇ ਆ ਭਾਈ ਤੁਸੀਂ ਸਾਡੇ ਕਿਸਾਨਾਂ ਨਾਲ ਇਦਾਂ ਕਿਉਂ ਕੀਤਾ, ਜੋ ਤਸ਼ੱਦਦ ਕੀਤਾ, ਜੋ ਉਹਨਾਂ ਨੂੰ ਗ੍ਰਿਫਤਾਰੀਆਂ ਕੀਤੀਆਂ, ਜੋ ਉਹਨਾਂ ਨੂੰ ਕੇਸ ਪਾਏ ਆ, ਜੋ ਉਹਨਾਂ ਦੇ ਵਿਰੋਧ ਦੇ ਵਿੱਚ ਜਦੋਂ ਲੰਘੇ ਸੀ ਉਹਨਾਂ ਦੇ ਜੋ ਅੜਚਣਾ ਪਾਈਆਂ ਸੀਗੀਆਂ ਉਹ ਕਿਉਂ ਪਾਈਆਂ, ਉਹਦਾ ਅਸੀਂ ਜਵਾਬ ਮੰਗਣਾ। ਉਹ ਇੱਕ ਕੰਸਟੀਟਿਊਸ਼ਨਲ ਰਾਈਟ ਦੇ ਤੌਰ ਤੇ ਉਹਨਾਂ ਦਾ ਵਿਰੋਧ ਕਰਨ ਉੱਥੇ ਵਿਧਾਨ ਸਭਾ ਦੀ ਗੈਲਰੀ 'ਚ ਗਏ ਸੀਗੇ ਜਦੋਂ ਵਿਧਾਨ ਸਭਾ ਸੈਸ਼ਨ ਪੰਜਾਬ ਦਾ ਵੀ ਚੱਲ ਰਿਹਾ ਸੀ ਤੇ ਹਰਿਆਣੇ ਦਾ ਵੀ ਚੱਲ ਰਿਹਾ ਸੀ, ਤੇ ਉੱਥੋਂ ਲੰਘ ਕੇ ਉਹਨਾਂ ਨੇ ਜਾਣਾ ਸੀ ਤੇ ਪ੍ਰੈਸ ਕਾਨਫਰੰਸ ਕਰਨੀ ਸੀ ਖੱਟਰ ਉਹਨਾਂ ਨੇ। ਖੈਰ ਉੱਥੇ 9 ਅਕਾਲੀ ਵਿਧਾਇਕ ਸੀਗੇ ਜਿਨ੍ਹਾਂ ਦੇ ਹੱਥਾਂ 'ਚ ਝੰਡੀਆਂ ਸੀਗੀਆਂ ਕਾਲੀਆਂ, ਆਪ ਦਾ ਵਿਰੋਧ ਪ੍ਰਦਰਸ਼ਨ ਦਰਸਾਉਣ ਗਏ ਸੀਗੇ। ਤੇ ਅਵਤਾਰ ਜੀ ਇਸੇ ਮੁੱਦੇ ਤੇ ਪਰਤਦੇ ਹਾਂ, ਪਰ ਲੈਂਦੇ ਹਾਂ ਇਸ ਵੇਲੇ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਅਵਤਾਰ ਜੀ ਵਾਪਸ ਉਸੇ ਮੁੱਦੇ ਤੇ ਆਉਂਦੇ ਆ। FIR ਦਰਜ ਹੋਈ ਹੈ ਅਕਾਲੀ ਆਗੂਆਂ ਖਿਲਾਫ। FIR ਦਰਜ ਹੋਈ ਆ, ਇਹ ਹਰਿਆਣਾ ਦੇ ਵਿਧਾਨ ਸਭਾ ਦੇ ਸਪੀਕਰ ਆ ਗਿਆਨਚੰਦ ਗੁਪਤਾ, ਉਹਨਾਂ ਨੇ ਇਹਦਾ ਨੋਟਿਸ ਲਿਆ ਸੀਗਾ ਵੀ ਮੁੱਖ ਮੰਤਰੀ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੱਲ ਨੂੰ ਉਹਨਾਂ ਨੇ ਜ਼ਿਆਦਾ ਮੁੱਦਾ ਬਣਾਤਾ ਵੀ ਇਹ ਜਿਹੜਾ ਆ ਵਿਰੋਧ ਪ੍ਰਦਰਸ਼ਨ ਘੱਟ ਤੇ ਹਮਲੇ ਵਾਲੀ ਸਥਿਤੀ 'ਚ ਜ਼ਿਆਦਾ ਸੀਗੇ, ਜਦਕਿ ਇਹੋ ਜਿਹੀ ਗੱਲ ਜੇ ਆਪਾਂ ਵੀਡੀਓ ਦੇਖਦੇ ਹਾਂ ਤਾਂ ਉਹਨਾਂ ਦੇ ਹੱਥਾਂ 'ਚ ਕੋਈ ਹੋ ਸਕਦਾ ਉਹ ਕਾਲੀਆਂ ਝੰਡੀਆਂ ਵਾਲੀ ਜ਼ਰੂਰ ਡੰਡੇ ਛੋਟੀਆਂ ਹੋਣਗੀਆਂ, ਹੋਰ ਤਾਂ ਕੁਛ ਹੈ ਨਹੀਂ ਸੀ। ਖੈਰ, ਪਰ ਇਹ ਜਿਹੜੀ ਟਕਰਾਅ ਵਾਲੀ ਸਥਿਤੀ ਖਾਸ ਕਰਕੇ ਪੰਜਾਬ ਹਰਿਆਣੇ ਦੇ ਵਿੱਚ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਵਿਧਾਨ ਸਭਾ ਦਾ ਪ੍ਰੈਮਿਸਿਸ ਵੀ ਇੱਕੋ ਹੀ ਆ, ਹਾਈ ਕੋਰਟ ਦਾ ਪ੍ਰੈਮਿਸਿਸ ਵੀ ਇੱਕੋ ਹੀ ਆ। ਇਹਨਾਂ ਨੇ ਤਾਂ ਅਕਸਰ ਇਕੱਠੇ ਹੋਣਾ, ਅਕਸਰ ਇੱਕ ਦੂਜੇ ਦੇ ਸਾਹਮਣੇ ਆਉਣਾ। ਅੱਜ ਇਹਨਾਂ ਨੇ ਇਹਨਾਂ ਦੇ ਖਿਲਾਫ, ਅਕਾਲੀਆਂ ਦੇ ਖਿਲਾਫ ਕੇਸ ਦਰਜ ਕੀਤਾ ਆ, ਕੱਲ੍ਹ ਨੂੰ ਹੋ ਸਕਦਾ ਉਹਨਾਂ ਦੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕੋਈ ਪ੍ਰਦਰਸ਼ਨ ਕਰਨ ਤੇ ਫਿਰ ਪੰਜਾਬ ਵਾਲੇ ਉਹਨਾਂ ਦੇ ਖਿਲਾਫ ਕੇਸ ਦਰਜ ਕਰਨਗੇ। ਇਹ ਟਕਰਾਅ ਵਾਲੀ ਸਥਿਤੀ ਨੂੰ ਟਾਲਣ ਦੀ ਜ਼ਿੰਮੇਵਾਰੀ ਜਿਹੜੀ ਹਰਿਆਣਾ ਸਰਕਾਰ ਦੀ ਬਣਦੀ ਸੀਗੀ, ਇਹਨੂੰ ਟਾਲਿਆ ਜਾ ਸਕਦਾ ਸੀਗਾ। 2016 ਦੇ ਵਿੱਚ ਜਦੋਂ ਹਰਿਆਣੇ ਵਾਲਿਆਂ ਨੇ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਤਾਂ ਉਦੋਂ ਵੀ ਇਸ ਸਥਿਤੀ ਨੂੰ ਟਾਲ ਦਿੱਤਾ ਗਿਆ ਸੀਗਾ। ਉਦੋਂ ਇਹੋ ਜਿਹੀ ਨੌਬਤ ਕੇਸ ਦਰਜ ਕਰਨ ਵਾਲੀ ਆਈ ਨਹੀਂ ਸੀਗੀ। ਪਰ ਹੁਣ ਇਹਨਾਂ ਨੇ ਇਸ ਗੱਲ ਨੂੰ ਲੈ ਕੇ ਵੀ ਜਾਣ ਕੇ ਕੀਤਾ ਪਏ ਇਹਨਾਂ ਨੇ ਸਾਡੇ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਉਹਦੀ ਜਿਹੜੀ ਆ ਬੇਇੱਜ਼ਤੀ ਕੀਤੀ ਆ ਵੀ ਉਹ ਆ ਰਹੇ ਸੀ ਤਾਂ ਉਹਨਾਂ ਦੇ ਮੂਹਰੇ ਨਾਅਰੇਬਾਜ਼ੀ ਕੀਤੀ ਤੇ ਬੇਇੱਜ਼ਤੀ ਕੀਤੀ ਆ। ਇਹ ਟਕਰਾਅ ਵਾਲੀ ਸਥਿਤੀ ਜਿਹੜੀ ਹੋਰ ਵਧਣ ਦੀ ਸੰਭਾਵਨਾ ਆ, ਕਿਉਂਕਿ ਸਪੀਕਰ ਸਾਹਿਬ ਨੇ ਕਿਹਾ ਸੀਗਾ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇ ਮਾਫੀ ਮੰਗ ਲੈਣ ਤਾਂ ਫਿਰ ਮਾਮਲਾ ਸ਼ਾਂਤ ਹੋ ਸਕਦਾ। ਪਰ ਅਕਾਲੀ ਦਲ ਨੇ ਸਾਫ਼ ਨਾ ਕਰਤੀ ਸੀਗੀ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਸਾਡਾ ਸੰਵਿਧਾਨਕ ਹੱਕ ਆ ਵਿਰੋਧ ਪ੍ਰਦਰਸ਼ਨ ਦਰਸਾਉਣ ਦਾ, ਅਸੀਂ ਉਸ ਗੱਲ ਨੂੰ ਲੈ ਕੇ ਇਹਦਾ ਵਿਰੋਧ ਕੀਤਾ ਆ ਤੇ ਇਹਦੇ ਵਿੱਚ ਅਸੀਂ ਮਾਫੀ ਵਾਲੀ ਗੱਲ ਕੋਈ ਨਹੀਂ ਹੁੰਦੀ ਆ। ਹੁਣ ਸਵਾਲ ਇੱਥੇ ਇੱਕ ਹੋਰ ਉੱਠਦਾ, ਇਹ ਤਾਂ ਗੱਲ ਹੋ ਗਈ ਆ ਵੀ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਕਰਕੇ FIR ਹੋ ਗਈ, ਤੇ ਜਦੋਂ ਪਬਲਿਕ ਪ੍ਰਾਪਰਟੀ ਦੀ ਵੀ ਗੱਲ ਕਰਦੇ ਆ ਆਪਾਂ, ਜਿਵੇਂ ਹੁਣ ਹਰਿਆਣਾ ਵਿਧਾਨ ਸਭਾ ਦੇ ਵਿੱਚ ਬਿੱਲ ਲਿਆ ਰਹੇ ਉਹ ਵੀ ਜੇ ਕੋਈ ਪ੍ਰਦਰਸ਼ਨ ਦੌਰਾਨ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦਾ ਆ ਤੇ ਉਹ ਪ੍ਰਦਰਸ਼ਨ ਕਰਨ ਵਾਲੇ ਤੋਂ ਹਰਜਾਨਾ ਲਿਆ ਜਾਊਗਾ, ਉਹਨਾਂ ਨੂੰ ਜੁਰਮਾਨਾ ਦਿੱਤਾ ਜਾਊਗਾ, ਜੁਰਮਾਨਾ ਕੀਤਾ ਜਾਊਗਾ, ਉਹਨਾਂ ਤੋਂ ਜੁਰਮਾਨਾ ਵਸੂਲਿਆ ਜਾਊਗਾ। ਇਸ ਗੱਲ ਨੂੰ ਲੈ ਕੇ ਵੀ ਉੱਥੇ ਕਸ਼ਮਕਸ਼ ਚੱਲ ਰਹੀ ਆ ਹਰਿਆਣੇ ਦੇ ਵਿੱਚ। ਕਾਂਗਰਸ ਵਾਲੇ ਕਹਿ ਰਹੇ ਆ ਵੀ ਠੀਕ ਆ ਤੁਸੀਂ ਇਹ ਜੋ ਕੁਝ ਕਰ ਰਹੇ ਆ ਇਹ ਹੋਣਾ ਵੀ ਚਾਹੀਦਾ, ਜੇ ਕੋਈ ਹਿੰਸਕ ਹੁੰਦਾ ਆ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦਾ ਆ ਤੇ ਇਹਦੇ ਲਈ ਜ਼ਿੰਮੇਵਾਰ ਉਹਨੂੰ ਠਹਿਰਾਉਣਾ ਚਾਹੀਦਾ। ਤੇ ਫਿਰ ਉਹ ਕਹਿੰਦੇ ਵੀ ਜਦੋਂ 25 ਨਵੰਬਰ ਨੂੰ ਕਿਸਾਨ ਪੰਜਾਬ ਦੇ ਦਿੱਲੀ ਚੱਲੇ ਸੀਗੇ ਤੇ ਜਿਹੜੀ ਪੂਰੀ ਦੀ ਪੂਰੀ ਪਬਲਿਕ ਪ੍ਰਾਪਰਟੀ ਇੱਕ ਹਾਈਵੇ ਨੂੰ ਹੀ ਪੁੱਟ ਕੇ ਰੱਖ ਦਿੱਤਾ ਸੀ 10-10 ਫੁੱਟ, ਕੀ ਉਹਦੇ ਵਿੱਚ ਜਵਾਬਦੇਹ ਬਣਾਇਆ ਜਾਊਗਾ? ਹੁਣ ਇਹ ਸਵਾਲ ਖੜਾ ਹੋ ਗਿਆ ਇੱਥੇ। ਹੁਣ ਉਹਦੇ ਵਿੱਚ ਜਿਹੜੀ ਆ ਹੁਣ BJP ਸਰਕਾਰ ਉੱਥੇ ਉਹ ਇਹਦਾ ਜਵਾਬ ਕੀ ਦਿੰਦੀ ਆ, ਜਾਂ ਉਹ ਮਨ 'ਚ ਸੋਚਦੀ ਵੀ ਅਸੀਂ ਇਹ ਜੇ ਬਿੱਲ ਲਿਆਉਣਾ ਆ ਤੇ ਇਹਦੇ ਵਿੱਚ ਆਹ ਵੀ ਦਾਇਰੇ 'ਚ ਆਉਣੇ
ਲਿਆਉਣੇ ਪੈਣਗੇ। ਉਹਦੇ ਵਿੱਚ ਕਿੱਲਾਂ ਜਿਹੜੀਆਂ ਗੱਡੀਆਂ ਉਹ ਵੀ ਆਊਗੀਆਂ। ਫਿਰ ਉਹਦੇ ਵਿੱਚ ਜਿਹੜੇ 12-13 ਲੇਅਰਾਂ ਦੀ ਜਿਹੜੀਆਂ ਇਹਨਾਂ ਨੇ ਪਰਤਾਂ ਖੜੀਆਂ ਕੀਤੀਆਂ ਜਿਹੜੀਆਂ ਸੀਗੀਆਂ ਉਹ ਵੀ ਆਉਣਗੀਆਂ। ਟਿੱਪਰ ਖੜੇ ਕਰਕੇ ਹਾਈਵੇ ਬਲੌਕ ਕੀਤਾ ਸੀ ਜਿਹੜਾ ਕਿ ਕਰ ਨਹੀਂ ਸਕਦੇ, ਉਹ ਵੀ ਆਊਗਾ। ਪਬਲਿਕ ਪ੍ਰਾਪਰਟੀ ਦਾ ਨੁਕਸਾਨ ਜਿੰਨਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਸਿਰ ਤੇ ਪੈਂਦਾ ਉਹਨਾਂ ਸਰਕਾਰ ਤੇ ਵੀ ਪੈਣਾ ਚਾਹੀਦਾ। ਵੀ ਸਰਕਾਰ ਨੂੰ ਤਾਂ ਹੱਕ ਹੈ ਨਹੀਂ, ਕਿਸੇ ਨੂੰ ਵੀ ਹੱਕ ਹੈ ਨਹੀਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਕਰਨ ਦਾ। ਤੇ ਜੇ ਇੱਥੇ ਸਰਕਾਰ ਖੁਦ 10-10 ਫੁੱਟ ਟੋਏ ਜਿਹੜੇ ਨੈਸ਼ਨਲ ਹਾਈਵੇ ਤੇ ਪੁੱਟ ਰਹੀ ਆ, ਉਹਦੀ ਜਵਾਬਦੇਹੀ ਕੌਣ ਕਰੂਗਾ? ਇਹ ਸਵਾਲ ਖੜਾ ਹੋ ਰਿਹਾ। ਸੋ ਇੱਧਰ ਇੱਕ ਪਾਸੇ ਤਾਂ ਪੰਜਾਬ ਦੇ ਨਾਲ ਟਕਰਾਅ ਹੋ ਰਿਹਾ, ਉਧਰ ਉਹਨਾਂ ਦਾ ਜਿਹੜਾ ਆ ਇਸ ਬਿੱਲ ਨੂੰ ਲੈ ਕੇ ਵੀ ਕਸ਼ਮਕਸ਼ ਚੱਲ ਰਹੀ ਆ। ਤੇ ਜਿਹੜੀ ਜਨ ਨਾਇਕ ਜਨਤਾ ਪਾਰਟੀ JJP ਆ, ਉਹ ਹੁਣ ਦੁਚਿੱਤੀ ਦੇ ਵਿੱਚ ਆ ਕਿ ਕਿੱਧਰ ਨੂੰ ਜਾਈਏ। ਵੀ ਕਿਸਾਨ ਵੱਲ ਨੂੰ ਜਾਈਏ ਤੇ BJP ਰੁੱਸਦੀ ਆ, ਤੇ ਜੇ BJP ਵੱਲ ਨੂੰ ਜਾਈਏ ਤੇ ਕਿਸਾਨ ਰੁੱਸਦੇ ਆ, ਕਿਉਂਕਿ ਉਹਨਾਂ ਦੇ ਵਿੱਚ ਇਸ ਵੇਲੇ ਸਥਿਤੀ ਜਿਹੜੀ ਹਰਿਆਣੇ ਦੇ ਵਿੱਚ ਆ ਉਹ ਦੋਨਾਂ ਪਾਰਟੀਆਂ ਲਈ ਮੁਸ਼ਕਿਲ ਵਾਲੀ ਬਣੀ ਹੋਈ ਆ। ਇਹੋ ਜਿਹੇ ਹਾਲਾਤ ਆ ਵੀ ਉਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਰਿਹਾ ਜੀ। ਤੇ ਅਵਤਾਰ ਜੀ, ਹਰਿਆਣਾ ਦੀ ਗੱਲ ਕਰ ਰਹੇ ਹਾਂ ਤੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ 75% ਰਾਖਵੇਂਕਰਨ ਦੀ ਗੱਲ ਕਿਤੇ ਹੁੰਦੀ। ਬਿਲਕੁਲ ਜੀ, ਉਹ ਵੀ ਸੀਗੀ ਚਲਾਈ ਸੀ ਇਹਨਾਂ ਨੇ ਬਿੱਲ ਵੀ, ਉਹਨਾਂ ਨੇ ਕਰਤਾ ਸੀਗਾ ਵੀ ਇਹ 75% ਦੀ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਇਹ ਇਸ ਗੱਲ ਨੂੰ ਕਿਉਂ ਭੁੱਲ ਗਏ ਵੀ ਹਰਿਆਣੇ ਦੇ ਵਿੱਚੋਂ ਜਿਹੜੇ ਨੌਜਵਾਨ ਆ ਮੁੰਡੇ ਪੜ੍ਹੇ ਲਿਖੇ ਬੰਗਲੌਰ ਜਾ ਕੇ ਵੀ ਨੌਕਰੀਆਂ ਕਰ ਰਹੇ ਆ, ਉਹ ਬੰਗਾਲ ਵੀ ਨੌਕਰੀਆਂ ਕਰ ਰਹੇ ਆ, ਅਸਾਮ ਵੀ, ਦਿੱਲੀ ਵੀ, ਬੰਬੇ ਵੀ, ਹਰੇਕ ਸਟੇਟ ਦੇ ਵਿੱਚ ਹਰੇਕ ਸਟੇਟ ਦਾ ਬੱਚਾ ਨੌਜਵਾਨ ਲੜਕੀ ਉਹ ਆਪਣੇ ਜੌਬ ਤੇ ਲੱਗੇ ਹੋਏ ਆ। ਅੱਜ ਇਹਨਾਂ ਨੇ 75% ਦੀ ਕਰਤਾ, ਕੱਲ ਨੂੰ ਮਹਾਰਾਸ਼ਟਰ ਵਾਲੇ ਕਹਿਣਗੇ ਵੀ ਅਸੀਂ ਤਾਂ 100% ਦੀ ਆਪਣੇ ਬੰਦਿਆਂ ਨੂੰ ਹੀ ਦੇਣੀ ਨੌਕਰੀ, ਤੇ ਫਿਰ ਇਹਨਾਂ ਦੇ ਜਿਹੜੇ ਬੰਦੇ ਉੱਥੇ ਨੌਕਰੀ ਕਰਦੇ ਕਿੱਧਰ ਨੂੰ ਜਾਣਗੇ? ਕੱਲ ਨੂੰ ਕਰਨਾਟਕ ਵਾਲਾ ਕਹਿੰਦਾ ਅਸੀਂ 50% ਦੇ ਆਪਣੇ ਰੱਖਣੇ ਆ, 50 ਬਾਹਰਲੇ ਰੱਖਣੇ ਆ, ਉੱਥੋਂ ਕਿੰਨਿਆਂ ਦੀ ਛੰਟੀ ਹੋਊਗੀ ਇਸ ਬਾਰੇ ਵੀ ਸੋਚੂਗਾ ਕੋਈ? ਹਰਿਆਣੇ ਨੇ ਕਰਤਾ, ਪੰਜਾਬ 'ਚ ਮੰਗ ਉੱਠਣ ਲੱਗ ਪਊਗੀ ਵੀ ਤੁਸੀਂ ਵੀ ਸਥਾਨਕ ਲੋਕਾਂ ਨੂੰ, ਪੰਜਾਬ ਦੇ ਵਾਸੀਆਂ ਨੂੰ ਹੀ ਦਿਓ। ਤੇ ਜਿਹੜੇ ਬਿਹਾਰ ਤੋਂ ਆ ਕੇ ਵਿਚਾਰੇ ਸਾਡੇ ਇੱਥੇ ਕੰਮ ਕਰਦੇ ਆ ਉਹਨਾਂ ਦਾ ਕੀ ਬਣੂਗਾ? ਇਹ ਤਾਂ ਫਿਰ ਖੇਤਰੀ ਰਹਿ ਜਾਊਗਾ ਕੰਮ ਨਾ, ਵੀ ਬਿਹਾਰ ਦੇ ਵਿੱਚ ਜੇ ਤੁਹਾਡੇ ਕੋਲ ਨੌਕਰੀ ਨਹੀਂ ਹੈਗੀ ਮਿਲਦੀ, ਕਿਸੇ ਹੋਰ ਸੂਬੇ 'ਚ ਜਾ ਹੀ ਨਹੀਂ ਸਕਦੇ। ਜੇ ਕੋਈ ਇਹੋ ਜਿਹਾ ਟੈਲੈਂਟਡ ਬੰਦਾ ਆ, ਪੜ੍ਹਿਆ ਲਿਖਿਆ, ਵੈਲ ਸਕਿਲਡ ਆ, ਉਹਨੂੰ ਕੋਈ ਹੋਰ ਸੂਬੇ ਵਾਲਾ ਵੱਧ ਤਨਖਾਹ ਤੇ ਸਾਦਾ ਆ, ਉਹ ਉੱਥੇ ਨਹੀਂ ਜਾ ਸਕਦਾ। ਇਸੇ ਲਈ ਇਹਨਾਂ ਜਿਹੜੇ ਗੱਲਾਂ ਨੂੰ ਪੂਰੀ ਤਰ੍ਹਾਂ ਨਾਲ ਧਿਆਨ ਦੇ ਕੇ ਵਾਚ ਕੇ ਇਹਦੇ ਪੂਰੀ ਤਰ੍ਹਾਂ ਵਿਚਾਰ ਕਰਕੇ ਹੀ ਇਹੋ ਜਿਹੇ ਮੁੱਦੇ ਉਠਾਉਣੇ ਚਾਹੀਦੇ ਆ, ਤਾਂ ਕਿ ਇਹਦਾ ਜਿਹੜਾ ਆਉਣ ਵਾਲੇ ਲੰਬੇ ਸਮੇਂ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਜੀ। ਤੇ ਇਸ ਵੇਲੇ ਨੁਕਸਾਨ ਹੋਏਗਾ ਜਾਂ ਫਾਇਦਾ, ਇਹਦੇ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ, ਪਰ ਕੈਪਟਨ ਤੇ ਨਵਜੋਤ ਸਿੱਧੂ ਵਿਚਾਲੇ ਚਾਹ ਤੇ ਮੁਲਾਕਾਤ ਹੋ ਰਹੀ ਹੈ, ਇਸ ਮੁਲਾਕਾਤ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਖਾਣਾ ਇਹਨਾਂ ਨੇ ਖਾਦਾ ਸੀ ਨਵੰਬਰ 'ਚ, ਚਾਹ ਹੁਣ ਪੀ ਰਹੇ ਆ। ਇੰਨਾ ਲੰਮਾ ਗੈਪ ਪੈ ਗਿਆ। ਪਹਿਲੀ ਗੱਲ ਤਾਂ ਇਹਦਾ ਲੋਕਾਂ ਨੂੰ ਜਵਾਬ ਦੇਣਾ ਪਊਗਾ ਵੀ ਭਾਈ ਖਾਣਾ ਖਾਦੇ ਨੂੰ ਇੰਨਾ ਚਿਰ ਹੋ ਗਿਆ ਵੀ ਕਿਤੇ ਡਾਈਟਿੰਗ ਤਾਂ ਨਹੀਂ ਬੈਠੇ ਤੁਸੀਂ ਵੀ ਹੁਣ ਚਾਹ ਦੇ ਟਾਈਮ ਤੇ ਫਿਰ ਇਕੱਠੇ ਹੋ ਰਹੇ ਆ। ਖੈਰ, ਕਾਂਗਰਸ ਦੇ ਪੱਖੋਂ ਵੀ ਇਹ ਚੰਗੀ ਗੱਲ ਆ ਵੀ ਉਹ ਥੋੜੀ ਜੀ ਜਾਗ ਰਹੀ ਆ ਵੀ ਆਪਾਂ ਨੂੰ ਸਿੱਧੂ ਦੀ ਲੋੜ ਆ। ਚੋਣਾਂ ਵੀ ਸਿਰ ਤੇ ਆ ਰਹੀਆਂ, ਨਹੀਂ ਤਾਂ ਆਪਾਂ ਕਈ ਵਾਰੀ ਕਹੇ ਵੀ ਛਤਰੀਆਂ ਤਾਣੀ ਤਾਂ ਬਹੁਤ ਜਣੇ ਬੈਠੇ ਆ, ਹੋਰ ਨਾ ਸਾਡਾ ਕਬੂਤਰ ਉੜ ਕੇ ਹੋਰ ਛਤਰੀ ਤੇ ਜਾ ਕੇ ਬਹਿ ਜਾਵੇ। ਇਸ ਗੱਲ ਨੂੰ ਲੈ ਕੇ ਦੇਖੋ, ਕਦਰ ਤਾਂ ਬੰਦੇ ਦੀ ਜ਼ਰੂਰ ਹੈਗੀ ਆ, ਸਾਫ ਸੁਥਰਾ ਆ, ਇਮਾਨਦਾਰ ਆ, ਕੰਮ ਕਰਨ ਵਾਲਾ ਬੰਦਾ ਆ, ਗੱਲ ਮੂੰਹ ਤੇ ਕਹਿਣ ਵਾਲਾ ਬੰਦਾ ਆ। ਇਸ ਕਰਕੇ ਉਹ ਕਾਂਗਰਸ ਵਿੱਚ ਆਇਆ। ਕਾਂਗਰਸ ਨਹੀਂ ਚਾਹੁੰਦੀ ਗਵਾਉਣਾ, BJP ਗਵਾ ਕੇ ਪਛਤਾ ਰਹੀ ਆ, ਕਿਉਂਕਿ ਜੋ ਇਸ ਵੇਲੇ ਸਥਿਤੀ BJP ਦੀ ਸੀ ਨਾ ਵੀ ਗੱਠਜੋੜ ਟੁੱਟ ਗਿਆ ਸੀ। ਅੱਗੇ ਦੇ ਸੀ ਵੀ ਗੱਠਜੋੜ ਦੇ ਨਾਲ ਤਾਂ ਅਕਾਲੀਆਂ ਦਾ ਹੀ ਕੁਝ ਨਾ ਕੁਝ CM ਡਿਪਟੀ CM ਉਹਨਾਂ ਦਾ ਬਣਦਾ, ਵਿੱਚ ਦਾ ਇਹਨਾਂ ਦੀ ਲੱਤ ਅੜ ਜਾਂਦੀ ਸੀਗੀ ਵੀ ਸਾਡਾ ਡਿਪਟੀ CM ਬਣਨਾ ਚਾਹੀਦਾ। ਹੁਣ ਤਾਂ ਟੁੱਟ ਗਈ। ਹੁਣ ਇੱਥੇ ਵੀ CM ਦਾ ਚਿਹਰਾ ਇਹਨਾਂ ਨੂੰ ਚਾਹੀਦਾ ਸੀ, ਤੇ ਸਿੱਧੂ ਤੋਂ ਵੱਡਾ ਕੋਈ ਚਿਹਰਾ BJP ਵਾਸਤੇ ਹੋ ਨਹੀਂ ਸਕਦਾ ਸੀ, ਪਰ ਉਹ ਹੁਣ ਨਿਕਲ ਚੁੱਕਾ ਸੀ ਵਿੱਚੋਂ। ਕਾਂਗਰਸ ਵੀ ਹੁਣ ਇਸ ਲੀਹ ਤੇ ਪੈ ਗਈ ਆ ਵੀ ਜਿੰਨਾ ਲੇਟ ਕਰਾਂਗੇ ਤੇ ਸਿੱਧੂ ਸਾਹਿਬ ਕਿਤੇ ਹੱਥੋਂ ਹੀ ਨਾ ਗਵਾ ਲਈਏ। ਚੰਗੀ ਗੱਲ ਆ, ਇਹਨੂੰ ਜਿੰਨਾ ਜਲਦੀ ਕਾਬੂ ਕਰ ਲੂੰਗੇ, ਜਿੰਨਾ ਜਲਦੀ ਆਪ ਦਾ ਮਸਲਾ ਜਿਹੜਾ ਕਾਂਗਰਸ ਦਾ ਸਥਾਨਕ ਪੱਧਰ ਤੇ ਨਿਬੇੜ ਲੂੰਗੇ, ਇਹਦਾ ਪ੍ਰਭਾਵ ਹੋਰਨਾਂ ਸਟੇਟਾਂ ਤੇ ਵੀ ਪਊਗਾ। ਸਿੱਧੂ ਕਿਉਂਕਿ ਸੈਲੀਬ੍ਰਿਟੀ ਇਕੱਲੀ ਪੰਜਾਬ ਦੀ ਨਹੀਂ ਹੈਗੀ, ਪੂਰੇ ਦੇਸ਼ ਦੀ। ਆਪਾਂ ਦੇਖਿਆ ਕਈ ਵਾਰੀ ਕਾਂਗਰਸ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾ ਕੇ ਲੈ ਜਾਂਦੀ ਆ, ਔਰ ਜਿੱਥੇ ਕਾਂਗਰਸ ਚੋਣ ਲੜਦੀ ਹੁੰਦੀ ਉੱਥੇ ਉਮੀਦਵਾਰ ਚਾਹੁੰਦੇ ਆ, ਉਹ ਇੱਛਾ ਰੱਖਦੇ ਹੁੰਦੇ ਆ ਵੀ ਸਿੱਧੂ ਸਾਡੇ ਆ ਕੇ ਚੋਣ ਪ੍ਰਚਾਰ ਕਰੇ। ਬੇਸ਼ੱਕ ਉੱਥੇ ਕੁਝ ਵੀ ਬੋਲ ਕੇ ਅਗਲੇ ਭਾਵਾਂ ਹੋਰ ਹੀ ਕੁਝ ਕਰਿਆ ਹੋਵੇ, ਉਹਦਾ ਉਹਨਾਂ ਲਈ ਸਿਆਪਾ ਖੜਾ ਕਰਿਆ ਹੋਵੇ, ਉਹ ਬਾਅਦ ਦੀ ਗੱਲ ਆ, ਪਰ ਉਹਨਾਂ ਦੀ ਡਿਮਾਂਡ ਬਹੁਤ ਹੁੰਦੀ ਆ। ਸੋ ਇਹ ਚੰਗੀ ਗੱਲ ਹੈ। ਕੈਪਟਨ ਸਾਹਿਬ ਜਿਹੜੇ ਆ ਉਹ ਪਤਾ ਨਹੀਂ ਕਿਹੜੇ ਏਜੰਡੇ ਤੇ ਮੰਨੇ ਹੋਣਗੇ। ਕਿਆ ਸਾਰਾਈਆਂ ਲੱਗ ਰਹੀਆਂ ਸੀ ਵੀ ਪੰਜਾਬ ਤੇ ਕਾਂਗਰਸ ਦਾ ਪ੍ਰਧਾਨ ਬਣਾਉਣਾ, ਫਿਰ ਇੱਕ ਗੱਲ ਉੱਠੀ ਸੀ ਵੀ ਡਿਪਟੀ CM ਵੀ ਬਣ ਰਹੇ ਆ, ਫਿਰ ਉੱਠੀ ਸੀ ਕੈਬਨਿਟ ਮਿਨਿਸਟਰ ਵੀ ਬਣ ਰਹੇ ਆ। ਹੁਣ ਸਮਾਂ ਥੋੜਾ ਰਹਿ ਗਿਆ ਚੋਣਾਂ ਦਾ, ਜੇ ਜਲਦੀ ਕਰਾਉਂਦੇ ਤਾਂ ਵੀ ਥੋੜਾ ਆ, ਜੇ ਫਰਵਰੀ 2022 ਦੀਆਂ ਤਾਂ ਵੀ ਥੋੜਾ ਆ। ਇੰਨੇ ਸਮੇਂ ਦੇ ਵਿੱਚ ਉਹਨੂੰ ਸਰਕਾਰ ਦੇ ਵਿੱਚ ਚਾਹੇ ਡਿਪਟੀ CM ਲੈਣਾ, ਚਾਹੇ ਕੈਬਨਿਟ ਮਿਨਿਸਟਰ ਬਣਾਉਣਾ, ਇਹ ਉਹ ਸਵੀਕਾਰ ਕਰਦੇ ਸਿੱਧੂ ਕਿ ਨਹੀਂ ਕਰਦੇ। ਇਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹਰੀਸ਼ ਰਾਵਤ ਦਾ ਰਿਹਾ ਆ, ਜਿਨ੍ਹਾਂ ਨੇ ਇੱਕ ਕੜੀ ਦਾ ਕੰਮ ਕੀਤਾ ਆ। ਤੇ ਜੇ ਖਾਣੇ ਦੀ ਗੱਲ ਕੀਤੀ ਤਾਂ ਵੀ ਹਰੀਸ਼ ਰਾਵਤ ਨੇ
ਦੁਆਰਾ ਤੋਰੀ ਸੀ। ਜੇ ਹੁਣ ਚਾਹ ਦੀ ਚੁਸਕੀ ਵਾਲੀ ਗੱਲ ਚੱਲੀ ਆ ਤਾਂ ਵੀ ਹਰੀਸ਼ ਰਾਵਤ ਨੇ ਸੈਂਟਰ ਦੀ ਹਾਈ ਕਮਾਂਡ ਤੋਂ ਲਿਆ ਕੇ ਕੈਪਟਨ ਸਾਹਿਬ ਨੂੰ ਇੱਕ ਸੁਨੇਹਾ ਦੇ ਦਿੱਤਾ ਬਈ ਆਹ ਕੰਮ ਕਰਨਾ। ਦੂਜੇ ਪਾਸੇ ਨਾਲ ਇਹ ਵੀ ਕਹਿ ਦਿੱਤਾ ਵੀ 22 ਦੀਆਂ ਚੋਣਾਂ ਕੈਪਟਨ ਦੇ ਅੰਡਰ ਹੀ ਲੜੀਆਂ ਜਾਣਗੀਆਂ। ਉਹ ਸਿੱਧੂ ਨੂੰ ਵੀ ਸੁਨੇਹਾ ਦੇ ਦਿੱਤਾ। ਹੁਣ ਦੋਨਾਂ ਨੂੰ ਸੁਨੇਹੇ ਤਾਂ ਦਿੱਤੇ ਹੋਏ ਆ, ਗੱਲ ਕਿੱਥੇ ਮੁੱਕਦੀ ਆ? ਸਿੱਧੂ ਨੂੰ ਕਿਹੋ ਜਿਹਾ ਅਹੁਦਾ ਦਿੰਦੇ ਆ ਜਾਂ ਕੀ ਉਹਨਾਂ ਨੂੰ ਕਰਦੇ ਵੀ ਇਕੱਲਾ ਚਾਹ ਹੀ ਪਿਲਾ ਕੇ ਤੋਰ ਦਿੰਦੇ ਵੀ ਅਗਲੀ ਮੀਟਿੰਗ ਫੇਰ ਸਹੀ। ਪਹਿਲਾਂ ਤਾਂ ਇਹ ਲੱਗਦਾ ਸੀਗਾ ਵੀ ਹੁਣ 2 ਮਈ ਤੱਕ ਹੋ ਸਕਦਾ ਸਿੱਧੂ ਬਾਰੇ ਹਜੇ ਕੋਈ ਨਾ ਚੱਲੇ ਗੱਲ, ਜਿੰਨਾ ਚਿਰ ਇਹਦੇ ਰਿਜ਼ਲਟ ਨਹੀਂ ਆਉਂਦੇ। ਪਰ ਜੇ ਉਹ ਪਹਿਲਾਂ ਕਰਨ ਲੱਗ ਪਏ ਤਾਂ ਇਹ ਵੀ ਕਾਂਗਰਸ ਵਾਸਤੇ ਚੰਗੀ ਗੱਲ ਆ, ਆਪਣੇ ਆਪ ਨੂੰ ਸੰਭਾਲ ਸਕੂਗੀ ਜਿੰਨਾ ਵੀ ਜਲਦੀ ਹੋ ਸਕੂਗਾ। ਚਲੋ ਜੀ, ਇਹ ਮਾਮਲਾ ਤਾਂ ਪਤਾ ਨਹੀਂ ਕਿੱਥੇ ਜਾ ਕੇ ਨਿਬੜੇਗਾ, ਪਰ ਇਸ ਵੇਲੇ ਕਰੋਨਾ ਨਿਬੜਨ ਦਾ ਨਾਮ ਨਹੀਂ ਲੈਂਦਾ ਪਿਆ, ਫਿਰ ਮਾਮਲੇ ਵੱਧ ਰਹੇ ਨੇ। ਕੀ ਸਥਿਤੀ ਹੈ ਇਸ ਵੇਲੇ? ਕਰੋਨਾ ਨਹੀਂ ਵੱਧ ਰਿਹਾ, ਲੋਕਾਂ ਦੀ ਅਣਗਹਿਲੀ ਉਹਦੇ ਕਰਕੇ ਕਰੋਨਾ ਲਾਹਾ ਲੈ ਰਿਹਾ ਜੀ। ਕਰੋਨੇ ਨੂੰ ਇੱਕ ਵਾਰੀ ਆਪਾਂ ਭਜਾਤਾ ਸੀਗਾ, ਜੇ 2 ਕੁ ਮਹੀਨੇ ਪਹਿਲਾਂ ਗੱਲ ਕਰੀਏ ਤਾਂ ਬੜੀ ਰਾਹਤ ਵਾਲੀ ਗੱਲ ਹੋ ਗਈ ਸੀਗੀ। ਮੌਤਾਂ ਦੀ ਗਿਣਤੀ ਵੀ ਘਟ ਗਈ ਸੀ, ਕੇਸ ਵੀ ਘਟਣ ਲੱਗ ਪਏ ਸੀਗੇ। ਉਸੇ ਦਾ ਲਾਹਾ ਲੋਕਾਂ ਨੇ ਲੈ ਕੇ ਇੰਨੀ ਕੁ ਅਣਗਹਿਲੀ ਕਰਤੀ, ਕੋਈ ਮਾਸਕ ਵੀ ਪਤਾ ਨਹੀਂ ਕਿੱਥੇ ਆ, ਸਮਾਜਿਕ ਦੂਰੀ ਦਾ ਕਿਤੇ ਨਾ ਹੈ ਨਹੀਂ, ਤੇ ਸੈਨੀਟਾਈਜ਼ਰ ਤਾਂ ਮੈਨੂੰ ਲੱਗਦਾ ਨਹੀਂ ਕੋਈ ਵਰਤਦਾ ਹੋਊਗਾ ਹੁਣ। ਉਹਨੂੰ ਦੇਖ ਕੇ ਫਿਰ ਕਰੋਨਾ ਨੇ ਹੁਣ ਦੁਬਾਰਾ ਡੰਗ ਮਾਰਨਾ ਸ਼ੁਰੂ ਕੀਤਾ, ਔਰ ਇਹ ਡੰਗ ਜਿਹੜਾ ਇਹ ਭਿਆਨਕ ਰੂਪ ਧਾਰ ਰਿਹਾ। ਪੰਜਾਬ ਔਰ ਮਹਾਰਾਸ਼ਟਰ ਇਹਦੇ ਵਿੱਚ ਸਭ ਤੋਂ ਬੁਰੀ ਤਰ੍ਹਾਂ ਲਪੇਟ 'ਚ ਆ ਗਏ ਆ। ਮਹਾਰਾਸ਼ਟਰ ਦੇ ਵਿੱਚ ਤਾਂ ਹੁਣ ਘੱਟੋ ਘੱਟ ਰੋਜ਼ਾਨਾ ਦੇ ਮਰੀਜ਼ ਜਿਹੜੇ ਆ ਉਹ 18-19 ਹਜ਼ਾਰ ਤੱਕ ਪਹੁੰਚ ਗਏ ਆ। ਤੇ ਪੂਰੇ ਦੇਸ਼ ਵਿੱਚ ਦੇਖਿਆ ਜਾਵੇ ਤਾਂ ਭਾਰਤ ਦੇ ਜਿਹੜੇ ਕਿਸੇ ਵੇਲੇ 8-9 ਹਜ਼ਾਰ ਤੱਕ ਰਹਿ ਗਏ ਸੀਗੇ, ਅੱਜ ਤੋਂ 3-4 ਮਹੀਨੇ ਪਹਿਲਾਂ ਮੌਤਾਂ ਦੀ ਗਿਣਤੀ 70-80 ਤੱਕ ਰਹਿ ਗਈ ਸੀਗੀ, ਉਹ ਫੇਰ ਵੱਧ ਕੇ ਹੁਣ 150 ਤੋਂ ਪਾਰ ਵੀ ਚਲੇ ਗਈ ਆ। ਕੁੱਲ ਮਾਮਲੇ ਜਿਹੜੇ ਆ 6-7 ਦਿਨ ਲਗਾਤਾਰ ਹੋ ਗਏ ਆ, 23-24 ਹਜ਼ਾਰ ਦੇ ਤੋਂ ਵੱਧ ਆ ਰਹੇ ਆ। ਪੰਜਾਬ ਵਿੱਚ ਵੀ ਇੰਨਾ ਕੁ ਇਹ ਕਰੋਨਾ ਦਾ ਪੈਰ ਪਸਾਰ ਹੋ ਗਿਆ ਵੀ ਹੁਣ ਇੱਕ ਦਿਨ ਵਿੱਚ ਲਗਾਤਾਰ 1300-1400-1500 ਮਾਮਲੇ ਆ ਗਏ ਆ, ਮੌਤਾਂ ਦੀ ਗਿਣਤੀ ਵੀ ਵੱਧ ਰਹੀ ਆ। ਇਹ ਸਾਰਾ ਕੁਝ ਲੋਕਾਂ ਦੀ ਅਣਗਹਿਲੀ ਕਰਕੇ ਹੀ ਆ। ਆਪਾਂ ਇਹਨੂੰ ਲਾਈਟਲੀ ਲੈ ਲਿਆ ਵੀ ਹੁਣ ਚਲੇ ਗਿਆ, ਪਰ ਉਹ ਗਿਆ ਕਿਤੇ ਨਹੀਂ ਸੀਗਾ। ਉਹਨੇ ਇੱਕ ਦਿੱਤੀ ਸੀਗੀ ਵੀ ਰਾਹਤ ਆ, ਤੁਹਾਡੇ ਲਈ ਚੰਗੀ ਗੱਲ ਆ, ਪਰ ਉਹਨਾਂ ਨਾਲ ਦੀ ਨਾਲ ਆਪਾਂ ਸਵਾਲ ਵੀ ਕਰਨ ਲੱਗ ਪੈਂਦੇ ਆ ਵੀ ਕੀ ਹੁਣ ਇਹ ਕਰੋਨਾ ਵੱਧ ਰਿਹਾ ਤੇ ਲੋਕਡਾਊਨ ਲੱਗੂਗਾ? ਤੇ ਜੇ ਸਾਡੇ ਜ਼ਿਹਨ ਵਿੱਚ ਇਹ ਗੱਲ ਹੈਗੀ ਆ ਵੀ ਲੋਕਡਾਊਨ ਲੱਗੂਗਾ ਤੇ ਲੋਕਡਾਊਨ ਲਾਉਣ ਲਈ ਮਜਬੂਰ ਵੀ ਤਾਂ ਆਪਾਂ ਹੀ ਕਰਨਾ ਸਰਕਾਰ ਨੂੰ। ਗੱਲ ਉੱਥੇ ਆ ਜਾਂਦੀ ਆ ਜਦੋਂ ਉਧਵ ਠਾਕਰੇ ਹੁਣੀ ਲੋਕਾਂ ਨੂੰ ਸੰਬੋਧਨ ਕਰਦੇ ਆ, ਉਹ ਕਹਿੰਦੇ 2 ਚੀਜ਼ਾਂ 'ਚ ਇੱਕ ਚੀਜ਼ ਚੁਣ ਲਓ, ਚਾਹੇ ਮਾਸਕ ਪਾ ਲਓ ਚਾਹੇ ਲੋਕਡਾਊਨ ਲਵਾ ਲਓ, ਤੁਹਾਡਾ ਆਪਣਾ ਫੈਸਲਾ ਆ। ਸੋ ਆਪਾਂ ਹੀ ਇਹ ਫੈਸਲਾ ਸਰਕਾਰ ਨੂੰ ਦੇਣਾ ਪਿਆ, ਆਪਾਂ ਇਹਦੇ 'ਚ ਸਾਵਧਾਨੀ ਵਰਤ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਆ ਕਿ ਸਰਕਾਰ ਨੂੰ ਮਜਬੂਰ ਕਰਨਾ ਪਏ ਹੁਣ ਆਰਥਿਕ ਪਾਬੰਦੀਆਂ ਦੁਬਾਰਾ ਲਾ ਦਿਓ, ਲੋਕਡਾਊਨ ਲਾ ਦਿਓ। ਫੇਰ ਹੀ ਆ ਕਰੋਨਾ ਦੀ ਜਿਹੜੀ ਇਹ ਗੱਲ ਆ, ਆਪਾਂ ਜਿੰਨਾ ਵੀ ਸਾਵਧਾਨੀ ਵਰਤਾਂਗੇ ਉਨਾ ਹੀ ਸੁਰੱਖਿਅਤ ਰਵਾਂਗੇ। ਤੇ ਇਸ ਵੇਲੇ ਅਸੀਂ ਵੀ ਸੁਰੱਖਿਅਤ ਰਹਿੰਦੇ ਆ, ਕਰੋਨਾ ਦੇ ਨਿਯਮਾਂ ਦੀ ਪਾਲਣਾ ਤਾਂ ਕਰਨੀ ਹੈ, ਨਾਲ ਸਮੇਂ ਦਾ ਵੀ ਖਿਆਲ ਰੱਖਣਾ ਹੈ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਂ ਅੱਜ ਦਾ ਖਤਮ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ।